ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਚਉਪਈ। ਅਬ ਮੈਂ ਆਤਮ ਰੂਪ ਪਛਾਨਾ, ਜਿਹ ਜਾਣੇ ਕੋ ਦੁਖ ਹਾਨਾ। ਅਸ ਪ੍ਰਕਾਰ ਕੋ ਸੁਨ ਉਪਦੇਸੂ, ਜਾਣਿਓ ਸਹਿਜ ਸਰੂਪ ਨਰੇਸੂ। ਅਬ ਮੈਂ ਆਤਮ ਰੂਪ ਪਛਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਅਸੀਂ ਲੜੀਵਾਰ ਸਰਵਣ ਕਰ ਰਹੇ ਹਾਂ। ਗੁਰੂ ਨਾਨਕ ਜੋਤ ਨੇ ਜੋ ਛੇਵੇਂ ਸਰੂਪ ਦੇ ਵਿੱਚ ਅਸਚਰਜ ਕੌਤੁਕ ਕੀਤਾ, ਉਹ ਪਾਵਨ ਦਿਹਾੜਾ ਆ ਰਿਹਾ, ਸੋ ਜਿਹਨੂੰ ਦੀਪਮਾਲਾ ਕਰਕੇ ਮਨਾਇਆ ਜਾਂਦਾ ਹੈ। ਉਸ ਸੰਬੰਧ ਦੇ ਵਿੱਚ ਹੁਣ ਕਥਾ ਤੋਂ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕੀਤਾ ਜਾਣਾ ਹੈ। ਤੋ ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕੀਤੀ ਹੈ। ਭਾਵੇਂ ਇਸ ਧਰਤੀ ਤੇ ਧਰਮ ਸੀ ਔਰ ਧਰਮ ਦੇ ਮੁਖੀ ਲੋਕ ਵੀ ਧਾਰਮਿਕ ਵੇਸਾਂ ਦੇ ਵਿੱਚ ਵਿਚਰਦੇ ਹੋਏ ਧਰਮ ਦਾ ਉਪਦੇਸ਼ ਤਾਂ ਕਰਦੇ ਸਨ, ਪਰ ਕੋਈ ਕਮੀ ਜ਼ਰੂਰ ਸੀ, ਜਿਸ ਕਰਕੇ ਇਸ ਧਰਤੀ ਦੇ ਉੱਤੇ ਹਰ ਪ੍ਰਾਣੀ ਪਰੇਸ਼ਾਨ ਤੇ ਦੁਖੀ ਸੀ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਉਸ ਘਾਟ ਨੂੰ ਪੂਰਾ ਕਰਨ ਲਈ ਆਪ ਸਰੂਪ ਧਾਰੀ ਹੋ ਕੇ ਬਖਸ਼ਿਸ਼ਾਂ ਕੀਤੀਆਂ।
ਉਹ ਜੋ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜਮੁੱਲੀ ਦਾਤ ਵੰਡੀ, ਉਸ ਨੂੰ ਅਸੀਂ ਸਰਵਣ ਕੀਤਾ ਹੈ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਭੌਰਾ ਬਣ ਚੁੱਕਿਆ। ਇਲਾਕੇ ਦਾ ਬੇਸ਼ੱਕ ਰਾਜਾ ਹੈ, ਪਰ ਸਾਹਿਬ ਗੁਰੂ ਨਾਨਕ ਦਾ ਮਨੋਂ ਸਿੱਖ ਹੋ ਚੁੱਕਾ ਰਾਏ ਬੁਲਾਰ ਗੁਰੂ ਚਰਨਾਂ ਵਿੱਚ ਅਰਦਾਸ ਭੇਜੀ ਤੇ ਗੁਰੂ ਸਾਹਿਬ ਜੀ ਆਣ ਦਰਸ਼ਨ ਬਖਸ਼ੇ। ਤੇ ਸਾਹਿਬ ਗੁਰੂ ਨਾਨਕ ਦੇ ਚਰਨਾਂ ਵਿੱਚ ਰਾਏ ਬੁਲਾਰ ਨੇ ਅਰਜ਼ ਕੀਤੀ, ਗਰੀਬ ਨਵਾਜ ਮੇਰੀ ਉਮਰ ਬਿਰਧ ਹੋ ਚੁੱਕੀ ਹੈ, ਪਤਾ ਨਹੀਂ ਕਦੋਂ ਇਸ ਝੋਲੇ ਨੂੰ ਤਿਆਗ ਦੇਣਾ, ਤੇ ਕਿਰਪਾ ਕਰੋ। ਕਹਿੰਦੇ ਨੇ ਵਿਦਵਾਨ ਲੋਕ, ਸਿਆਣੇ ਲੋਕ, ਕਿ ਅਗਿਆਨ ਦਾ ਹਨੇਰਾ ਜਿਹੜਾ ਹੈ ਇਹ ਰਾਤ ਦੇ ਹਨੇਰੇ ਵਰਗਾ ਹੈ। ਪਰ ਕਹਿੰਦਾ ਜੀ ਮਹਾਰਾਜ, ਮੈਂ ਇਸ ਗੱਲ ਨੂੰ ਹੁਣ ਸਮਝਿਆ ਭਈ ਰਾਤ ਦੇ ਹਨੇਰੇ ਨਾਲੋਂ ਵੀ ਅਗਿਆਨ ਦਾ ਹਨੇਰਾ ਜਿਹੜਾ ਹੈ ਉਹ ਖਤਰਨਾਕ ਹੈ ਤੇ ਡੂੰਘਾ ਹੈ। ਰਾਤ ਦੇ ਹਨੇਰੇ ਵਿੱਚ ਪ੍ਰਾਣੀ ਨੂੰ ਆਪਣੇ ਆਪ ਦਾ ਪਤਾ ਹੁੰਦਾ ਹੈ। ਕਿਤਨੀ ਅਮੱਸਿਆ ਦੀ ਕਾਲੀ ਬੋਲੀ ਰਾਤ ਹੋਵੇ, ਕੁੱਪ ਹਨੇਰਾ ਹੋਵੇ, ਪਰ ਬੰਦੇ ਨੂੰ ਆਪਣੇ ਆਪ ਦਾ, ਸਰੀਰ ਦਾ, ਆਪਣੇ ਅੰਗਾਂ ਦਾ ਗਿਆਨ ਹੁੰਦਾ ਹੈ। ਪਰ ਮਹਾਰਾਜ ਅਗਿਆਨ ਕੈਸਾ ਹੈ, ਜਿਸ ਅਗਿਆਨ ਦੇ ਵਿੱਚ ਪ੍ਰਾਣੀ ਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਹੈ ਕਿ ਮੈਂ ਕੀ ਹਾਂ। ਤੇ ਮਹਾਰਾਜ ਕਿਰਪਾ ਕਰੋ ਮੇਰੇ ਤੇ, ਇਹ ਜਿਹੜਾ ਅਗਿਆਨ ਦਾ ਅੰਦਰ ਹਨੇਰਾ ਹੈ ਨਾ, ਕਿਰਪਾ ਕਰਕੇ ਇਸ ਨੂੰ ਦੂਰ ਕਰੋ, ਮੇਰੇ ਤੇ ਮਿਹਰ ਕਰੋ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਇਸ ਨੂੰ ਪਾਵਨ ਪਵਿੱਤਰ ਸੁਭ ਉਪਦੇਸ਼ ਦੀ ਦਾਤ ਬਖਸ਼ ਕਰਕੇ ਇਸ ਨੂੰ ਆਤਮ ਪ੍ਰਕਾਸ਼ ਬਖਸ਼ਿਸ਼ ਕੀਤਾ। ਹਜੂਰ ਜੀ ਨੇ ਹੁਕਮ ਕੀਤਾ ਕਿ ਰਾਏ ਸਾਹਿਬ ਜੀ, ਗੱਲ ਇਹ ਹੈ, ਜੋ ਹਉਮੈ ਇਹੋ ਹੀ ਪੜਦਾ ਹੈ। ਪਹਿਲਾਂ ਤੁਸੀਂ ਹੁਣ ਇਹ ਦੱਸੋ ਜਾਂ ਤੱਕੋ, ਤੁਹਾਡੀ ਹੰਗਤਾ ਕਿਸ ਕਿਸ ਵਿੱਚ ਹੈ। ਤਾਂ ਰਾਏ ਬੁਲਾਰ ਨੇ ਕਿਹਾ, ਮਹਾਰਾਜ ਮੈਨੂੰ ਹੁਣ ਪਤਾ ਹੈ, ਮੇਰਾ ਨਾਮ ਰਾਏ ਬੁਲਾਰ ਹੈ, ਮੁਸਲਮਾਨਾਂ ਦੇ ਘਰ ਦਾ ਜਨਮ ਹੈ, ਮੇਰਾ ਪਰਿਵਾਰ ਹੈ, ਮੇਰੇ ਰਿਸ਼ਤੇਦਾਰ ਸੰਬੰਧੀ ਹਨ। ਤਾਂ ਇਸ ਤਰ੍ਹਾਂ ਦੇ ਨਾਲ ਮੇਰੇ ਸ਼ਹਿਨਸ਼ਾਹ ਪਿਤਾ ਗਰੀਬ ਨਵਾਜ ਨੇ ਹੁਕਮ ਕੀਤਾ ਕਿ ਇਹ ਤਾਂ ਸਰੀਰ ਦਾ ਧਰਮ ਹੈ, ਪਰ ਤੁਹਾਡਾ ਜੋ ਆਪਣਾ ਨਿਜ ਸਰੂਪ ਹੈ ਸਰੀਰ ਨਹੀਂ ਹੈ। ਫਿਰ ਇਸ ਤੋਂ ਅੱਗੇ ਕੀ ਹੈ? ਸਰੀਰ ਤੋਂ ਸੂਖਮ ਨੇ ਸਾਡੇ ਇੰਦਰੇ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤਾਂ ਇਸ ਪ੍ਰਕਾਰ ਰਾਏ ਬੁਲਾਰ ਨੂੰ ਇਹ ਵੀ ਸਿੱਧ ਕਰ ਦਿੱਤਾ ਕਿ ਨਾ ਤੇਰਾ ਨਿਜ ਸਰੂਪ ਸਰੀਰ ਹੈ, ਨਾ ਹੀ ਇੰਦਰੇ ਤੇਰਾ ਰੂਪ ਨੇ। ਇੰਦਰੀਆਂ ਤੋਂ ਪਰੇ ਜਿਹੜਾ ਹੈ ਉਹ ਪ੍ਰਾਣ ਨੇ। ਪ੍ਰਾਣ ਸਵਾਸ ਵੀ ਸਾਡਾ ਆਪਣਾ ਰੂਪ ਨਹੀਂ ਹੈ। ਫਿਰ ਕਹਿੰਦੇ ਇਹਨਾਂ ਪ੍ਰਾਣਾਂ ਤੋਂ ਪਰੇ ਹੈ ਮਨ। ਹਜੂਰ ਕਹਿੰਦੇ ਮਨ ਵੀ ਜਿਹੜਾ ਹੈ ਉਹ ਵੀ ਆਪਣਾ ਆਪ ਰੂਪ ਨਹੀਂ ਹੈ। ਬਹੁਤ ਵਾਰ ਐਸਾ ਹੁੰਦਾ ਹੈ ਜਦੋਂ ਗੁਰੂ ਦੀ ਬਖਸ਼ਿਸ਼ ਨਾਲ ਨਿਤਨੇਮ ਸਿਮਰਨ ਵਿੱਚ ਬਰਕਤ ਪੈਂਦੀ ਤੇ ਸਾਡੀ ਸੁਰਤ ਮਨ ਦੇ ਤਲ ਤੱਕ ਜਾਂਦੀ ਹੈ ਤੇ ਅਸੀਂ ਮਨ ਨੂੰ ਹੀ ਨਿਜ ਸਰੂਪ ਸਮਝ ਲੈਂਦੇ ਹਾਂ। ਮਨ ਦਾ ਕਰਮ ਹੈ ਫੁਰਨਾ ਕਰਨਾ, ਤੇ ਜਿਸ ਵੇਲੇ ਮਨ ਫੁਰਨਾ ਕਰਦਾ ਤੇ ਉਹ ਪ੍ਰਾਣੀ ਜਿਹੜਾ ਮਨ ਦੇ ਤਲ ਤੇ ਅਜੇ ਅੱਗੇ ਨਹੀਂ ਪੁੱਜਾ, ਉਸ ਨੂੰ ਇਹ ਯਕੀਨ ਹੋ ਜਾਂਦਾ ਵੀ ਆਹ ਜਿਹੜੇ ਮੇਰੇ ਮਨ ਦਾ ਫੁਰਨਾ ਹੈ ਇਹੀ ਠੀਕ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਰਾਏ ਬੁਲਾਰ ਜਿਹੜਾ ਤੇਰਾ ਸਰੂਪ ਹੈ ਉਹ ਫੁਰਨਿਆਂ ਤੋਂ ਅੱਗੇ ਹੈ। ਮਨ ਦਾ ਧਰਮ ਹੈ ਸੰਕਲਪ ਵਿਕਲਪ ਕਰਨਾ, ਤੂੰ ਮਨ ਵੀ ਨਹੀਂ ਹੈ। ਮਨ ਤੋਂ ਅੱਗੇ ਬੁੱਧ ਹੈ, ਬੁੱਧ ਦਾ ਧਰਮ ਹੈ ਨਿਸ਼ਚਾ ਕਰਨਾ। ਸੋ ਰਾਏ ਬੁਲਾਰ ਤੇਰਾ ਸਰੂਪ ਬੁੱਧੀ ਵੀ ਨਹੀਂ ਹੈ। ਬੁੱਧੀ ਤੋਂ ਪਰੇ ਹੈ ਆਤਮਾ। ਉਹ ਆਤਮਾ ਜਿਹੜੀ ਹੈ ਉਹਦੇ ਵਿੱਚ ਨਾ ਜਨਮ ਨਾ ਮਰਨ ਹੈ, ਨਾ ਉਹ ਬੂਢਾ ਨਾ ਬਾਲਾ ਹੈ। ਇਸ ਪ੍ਰਕਾਰ
ਔਰ ਉਸ ਨੂੰ ਨਾ ਕੋਈ ਕੱਟ ਸਕਦਾ, ਨਾ ਉਹ ਘਟਦਾ, ਨਾ ਵੱਧਦਾ ਹੈ। ਉਹ ਤੇਰਾ ਆਪਣਾ ਸਰੂਪ ਹੈ। ਤੇ ਦਰਸਾਇਆ ਇਉਂ ਸਮਝ ਕਿ ਸਰੀਰ ਤਾਂ ਇੱਕ ਰਥ ਹੈ, ਔਰ ਪ੍ਰਾਣ ਜਿਹੜਾ ਹੈ, ਇਹ ਪ੍ਰਾਣ ਜਿਹੜੇ ਨੇ 5 ਪ੍ਰਾਣ ਨੇ ਸਾਡੇ, ਇਹ ਪ੍ਰਾਣ ਜਿਹੜੇ ਨੇ ਇਹ ਘੋੜੇ ਨੇ ਸਰੀਰ ਦੇ ਰਥ ਦੇ ਅੱਗੇ ਲੱਗੇ ਹੋਏ। ਔਰ ਜਿਹੜਾ ਮਨ ਹੈ ਉਹ ਸੂਤ ਹੈ, ਮਾਨੋ ਕਿ ਘੋੜਿਆਂ ਦੇ ਮੂੰਹ 'ਚ ਪਾਇਆ ਕੰਡਿਆਂ ਵਾਲਾ ਜਾਂ ਸੂਤ ਸਮਝੋ। ਇਸ ਪ੍ਰਕਾਰ ਤੇ ਜਿਹੜਾ ਆਤਮਾ ਹੈ ਉਹ ਰਥ ਦਾ ਮਾਲਕ ਹੈ, ਰਥ ਦਾ ਸਵਾਰ ਹੈ। ਤੋ ਆਤਮਾ ਤੁਹਾਡਾ ਆਪਣਾ ਨਿਜ ਸਰੂਪ ਹੈ। ਜਦੋਂ ਰਾਏ ਬੁਲਾਰ ਨੂੰ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਸਤ ਸੰਗਤ ਜੀ, ਇਹ ਇੱਦਾਂ ਹੈ ਜਿਸ ਤਰ੍ਹਾਂ ਆ ਹੁਣ ਬਿਜਲੀ ਹੈ, ਤੇ ਜਿਸ ਵੇਲੇ ਇਸ ਦਾ ਕੋਰਸ ਕਰਾਉਂਦੇ ਨੇ, ਬਿਜਲੀ ਦਾ ਪੜ੍ਹਾਉਂਦੇ ਨੇ, ਤੇ ਬੜੀ ਡਿਟੇਲ ਦੇ ਵਿੱਚ ਕਿ ਭਈ ਇਹ ਜਿਹੜੀ ਬਿਜਲੀ ਹੈ ਇਹਦੇ ਦੋ ਨੇ, ਇੱਕ ਨੈਗੇਟਿਵ ਕਿ ਪੋਜ਼ਿਟਿਵ ਕਰੰਟ ਹੁੰਦਾ ਹੈ। ਇਹ ਦੋ ਤਾਰਾਂ ਵੱਖਰੀਆਂ ਹੁੰਦੀਆਂ ਨੇ, ਇਹਨਾਂ ਨੂੰ ਫਿਰ ਆਪਾਂ ਕਨੈਕਸ਼ਨ ਕਰੀਦਾ ਹੈ। ਇਹਦਾ ਫਿਰ ਇਸ ਤਰੀਕੇ ਨਾਲ ਜਦੋਂ ਸਵਿਚ ਦੱਬੀਏ ਤੇ ਫਿਰ ਬਲਬ ਜਗਦਾ ਹੈ। ਪੜ੍ਹਾਈ ਲੰਬੀ ਹੁੰਦੀ ਹੈ, ਪਰ ਜਿਸ ਵੇਲੇ ਬਲਬ ਜਗਾਉਣਾ ਤੁਸੀਂ ਸਵਿਚ ਦੱਬੋ, ਬਲਬ ਜਗ ਪੈਂਦਾ ਹੈ। ਇਸ ਤਰ੍ਹਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਇਹ ਡਿਟੇਲ ਦੇ ਵਿੱਚ ਸਮਝਾਉਂਦੇ ਨੇ, ਤੇ ਜਦੋਂ ਮੇਰੇ ਸਤਿਗੁਰੂ ਜੀ ਪ੍ਰਾਪਤੀ ਕਰਾਉਂਦੇ ਨੇ ਉਦੋਂ ਬਸ ਇੱਕ ਛਿਨ ਹੁੰਦੀ ਹੈ, ਜਿਹਨੂੰ ਕਿਹਾ ਨਾ ਏਕ ਚਿੱਤ ਜੇ ਇੱਕ ਛਿਨ ਤੇ ਆਇਓ। ਉਹ ਜਿਹੜੀ ਛਿਨ ਹੈ ਉਹ ਮੇਰੇ ਗੁਰੂ ਦੀ ਮੌਜ ਹੈ। ਜਿਸ ਛਿਨ ਵਿੱਚ ਉਸ ਨੇ ਬਖਸ਼ਿਸ਼ ਕਰਨੀ ਹੈ, ਬਸ ਕਿਰਪਾ ਕਟਾਖ ਅਵਲੋਕਨ ਕੀਨੋ, ਬਸ ਇੰਨੀ ਗੱਲ ਹੁੰਦੀ। ਤਾਂ ਹਜ਼ੂਰ ਪਾਤਸ਼ਾਹ ਜੀ ਨੇ ਜਦੋਂ ਬਖਸ਼ਿਸ਼ ਕੀਤੀ ਰਾਏ ਬੁਲਾਰ ਨੂੰ, ਸੋ ਆਤਮ ਪ੍ਰਗਾਸ਼ ਹੋਇਆ। ਜਿਸ ਵੇਲੇ ਬਖਸ਼ਿਸ਼ ਮਿਲੀ ਤਾਂ ਇਸੇ ਨੇ ਕਿਹਾ, ਮਹਾਰਾਜ ਮੈਂ ਤਾਂ ਰਾਗ ਤੇ ਦੁਐਖ ਦੋ ਛੇਰਾਂ ਵਿੱਚ ਘਿਰਿਆ ਹੋਇਆ ਸੀ। ਬੜਾ ਹਉਮੈ ਦਾ ਵੱਡਾ ਅਜਗਰ ਸੱਪ ਨੇ ਮੈਨੂੰ ਗ੍ਰਸਿਆ ਹੋਇਆ ਸੀ। ਤੁਸਾਂ ਨੇ ਕਿਰਪਾ ਕਰਕੇ ਮੈਨੂੰ ਛੁਡਾ ਲਿਆ ਹੈ। ਹੁਣ ਮੈਨੂੰ ਆਪਣੇ ਆਪੇ ਦਾ ਪਤਾ ਲੱਗ ਗਿਆ, ਨਿਜ ਸਰੂਪ ਦਾ ਮੈਨੂੰ ਗਿਆਨ ਹੋ ਗਿਆ, ਪ੍ਰਾਪਤੀ ਹੋਈ ਹੈ। ਇਉਂ ਸਾਹਿਬ ਗੁਰੂ ਨਾਨਕ ਸਾਹਿਬ ਨੇ ਰਾਏ ਬੁਲਾਰ ਦੇ ਭਰਮੈ ਕੇ ਛੋੜ ਕੱਟ ਕੇ ਅੰਤਰ ਜੋਤ ਧਰਿਓ, ਉਹਦੇ ਭਰਮ ਦੇ ਪਰਦੇ ਕੱਢ ਕੇ ਭਰਮ ਕੇ ਪਰਦੇ ਸਤਿਗੁਰ ਖੋਲੇ, ਇਉਂ ਕਿਰਪਾ ਕੀਤੀ। ਸੋ ਜਿਸ ਵੇਲੇ ਮਹਾਰਾਜ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ, ਤੋ ਮਹਾਰਾਜ ਨੇ ਕਿਰਪਾ ਕਰਕੇ ਸੋ ਇਸ ਤਰ੍ਹਾਂ ਨਾਲ ਜਿਹੜੇ ਬਖਸ਼ਿਸ਼ ਕਰ ਦਿੱਤੀ। ਤਾਂ ਗਰੀਬ ਨਵਾਜ ਦਾਤਾਰ ਦੀ ਬਖਸ਼ਿਸ਼ ਮਾਣਦਾ ਰਾਏ ਬੁਲਾਰ ਕਿਸੇ ਖੇੜੇ ਵਿੱਚ ਆਇਆ, ਜਿਸ ਲਈ ਆਤਮ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ ਜਿਹਨੂੰ ਕਿਹਾ, ਜਿਸ ਲਈ ਇਹ ਵਿਗਾਸ ਮਿਲਿਆ ਤਾਂ ਉਸ ਵੇਲੇ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਦਾ ਸ਼ੁਕਰਾਨਾ ਕਰ ਰਿਹਾ ਹੈ। ਰਾਏ ਬੁਲਾਰ ਬਿਰਧ ਅਵਸਥਾ ਹੈ, ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਹੈ। ਸਾਹਿਬ ਦਾਤਾਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੈਠਾ ਹੋਇਆ ਰਾਏ ਬੁਲਾਰ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਹੈ। ਆਓ ਪਿਆਰ ਪੂਰਵਕ ਧੰਨ ਸ਼ਹਿਨਸ਼ਾਹ ਪਿਤਾ ਗੁਰੂ ਨਾਨਕ ਦੀਆਂ ਬਰਕਤਾਂ ਤੇ ਬਖਸ਼ਿਸ਼ਾਂ ਜਿਵੇਂ ਵਰਸਦੀਆਂ ਹਨ, ਉਹਨਾਂ ਦੇ ਪਾਤਰ ਬਣਨ ਲਈ ਆਪਣੀ ਜਗਿਆਸਾ ਬਣਾਉਂਦੇ ਹੋਏ ਗੁਰੂ ਚਰਨਾਂ ਵਿੱਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਬ ਮੈਂ ਆਤਮ ਰੂਪ ਪਛਾਨਾ। ਹੁਣ ਕਹਿੰਦਾ ਹੈ ਰਾਏ ਬੁਲਾਰ, ਗਰੀਬ ਨਵਾਜ ਤੁਹਾਡੀ ਕਿਰਪਾ ਹੋਈ, ਮੈਂ ਹੁਣ ਆਪਣੇ ਆਤਮਾ ਦਾ ਰੂਪ ਪਛਾਣ ਲਿਆ। ਆਤਮ ਜਿਹੜਾ ਸੋ ਘਟ ਘਟ ਦੇ ਵਿੱਚ ਆਤਮ ਪ੍ਰਕਾਸ਼ ਹੋ ਰਿਹਾ ਹੈ। ਤੁਹਾਡੀ ਕਿਰਪਾ ਦੇ ਨਾਲ ਮਹਾਰਾਜ ਮੈਂ ਆਪਣੇ ਆਤਮ ਸਰੂਪ ਦੀ ਪਛਾਣ ਕਰ ਲਈ ਹੈ। ਜਿਹ ਜਾਣੇ ਜਗ ਕੋ ਦੁਖ ਹਾਨਾ, ਜਿਸ ਨੂੰ ਜਾਣਨ ਦੇ ਨਾਲ ਸਾਰੇ ਦੁਨੀਆ ਦੇ ਦੁੱਖ ਨਾਸ ਹੋ ਜਾਂਦੇ ਨੇ, ਜਦੋਂ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਸ ਪ੍ਰਕਾਰ ਕੋ ਸੁਨ ਉਪਦੇਸੂ, ਜਦੋਂ ਇਹੋ ਜਿਹਾ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕੀਤਾ ਹੈ ਤਾਂ ਜਾਣਿਓ ਸਹਿਜ ਸਰੂਪ ਨਿਰੇਸੂ, ਰਾਜੇ ਨੇ ਆਪਣਾ ਹੀ ਸਹਿਜ ਸਰੂਪ, ਇਹਨੂੰ ਨਿਜ ਸਰੂਪ ਜਾਂ ਸਹਿਜ ਸਰੂਪ ਕਿਹਾ ਹੈ। ਆਪਣੇ ਨਿਜ ਸਰੂਪ ਦਾ ਹੁਣ ਇਸ ਨੂੰ ਪਤਾ ਲੱਗਾ ਹੈ। ਏਕ ਆਤਮਾ ਵਿਆਪਕ ਸਾਰੇ, ਤਾਂ ਸਮਝ ਆ ਗਈ ਕਿ ਇੱਕ ਆਤਮ ਜਿਹੜਾ ਮੇਰਾ ਆਤਮਾ ਹੈ, ਇਹੋ ਹੀ ਪਰਮਾਤਮ ਹੋ ਕਰਕੇ ਸਾਰੇ ਵਿਆਪਕ ਹੋ ਰਿਹਾ ਹੈ। ਕੁਛ ਐਸੀ ਸਮਝ ਆਉਂਦੀ। ਪਹਿਲਾਂ ਸਤਿਗੁਰੂ ਜੀ ਦਾ ਲੜ ਪਕੜ ਕਰਕੇ ਅਭਿਆਸ ਵਿੱਚ ਜੁੜਨਾ, ਨਾਮ ਦੇ ਸਿਮਰਨ ਵਿੱਚ। ਸਿਮਰਨ ਦੇ ਨਾਲ ਪਹਿਲੇ ਮਨ ਦੀ ਮੈਲ ਲੱਥਦੀ ਹੈ, ਮਨ ਨੇ ਸ਼ੁੱਧ ਹੋਣਾ, ਸ਼ੁੱਧ ਮਨ ਵਿੱਚ ਨਾਮ ਟਿਕਣਾ ਹੈ। ਜਿੱਥੇ ਨਾਮ ਟਿਕ ਗਿਆ ਤਾਂ ਉੱਥੇ ਨਾਮੀ ਦਾ ਪ੍ਰਗਾਸ਼ ਹੋਣਾ ਹੈ। ਪਹਿਲੇ ਆਤਮ
ਦਰਸ਼ਨ ਹੋਵੇ, ਆਪਣੇ ਆਤਮ ਦਾ ਗਿਆਨ ਹੋਵੇਗਾ। ਫਿਰ ਆਤਮਾ ਦਾ ਪਰਮਾਤਮਾ ਨਾਲ ਮੇਲ ਫਿਰ ਅੱਗੇ ਹੋਣਾ ਹੈ, ਜੋ ਸਰਬ ਵਿਆਪਕ ਹੈ, ਘਟ ਘਟ ਮੈਂ ਹਰ ਜੂ ਬਸ ਹੈ। ਇਹ ਮੇਰੇ ਗੁਰੂ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਤੋ ਕਹਿੰਦੇ ਨੇ ਕਿ ਮਹਾਰਾਜ ਤੁਹਾਡੀ ਕਿਰਪਾ ਹੋਈ, ਹੁਣ ਮੈਂ ਆਪਣੇ ਆਤਮਾ ਨੂੰ ਸਾਰੇ ਹੀ ਸੋ ਜਿਹੜਾ ਇਸ ਪ੍ਰਕਾਰ ਸੋ ਮੈਂ ਜਿਹੜਾ ਵਿਆਪਕ ਦੇਖ ਲਿਆ ਹੈ, ਬੁੱਧੋ ਭੇਦ ਸੋ ਦੂਰ ਨਿਵਾਰੇ। ਤੇ ਜਿਹੜਾ ਮਹਾਰਾਜ ਭੇਦ ਦੇ ਵਿੱਚ ਫਰਕ ਸੀ, ਤੁਸੀਂ ਕਿਰਪਾ ਕਰਕੇ ਮੇਰਾ ਦੂਰ ਨਿਵਰਤ ਕਰ ਦਿੱਤਾ ਹੈ। ਕਰ ਬੁਲਾਰ ਕੋ ਭਲੇ ਨਿਹਾਲਾ। ਧੰਨ ਗੁਰੂ ਨਾਨਕ ਸਾਹਿਬ ਨੇ ਭਲੀ ਪ੍ਰਕਾਰ ਰਾਏ ਬੁਲਾਰ ਨੂੰ ਨਿਹਾਲ ਕੀਤਾ। ਜਦੋਂ ਪੁਨ ਆਏ ਨਿਜ ਸਦਨ ਕਿਰਪਾਲਾ। ਤਾਂ ਕਿਰਪਾ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਘਰ ਮਾਤਾ ਜੀ ਕੋਲ ਆ ਗਏ ਹਨ। ਮਨ ਹੋ ਗਿਆਨ ਕੋ ਤਰਨ ਬਿਰਾਜੈ। ਮਾਨੋ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਇਉਂ ਸਮਝੋ ਕਿ ਗਿਆਨ ਦਾ ਹੀ ਸੂਰਜ ਨੇ, ਸਰੀਰ ਦੇਖਣ ਨੂੰ ਹੈ, ਪਰ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਗਿਆਨ ਦਾ ਸੂਰਜ ਹੈ ਜੀ। ਜਿਹ ਕੇ ਦਰਸ਼ਨ ਕਲਮਲ ਭਾਜੈ। ਜਿਸ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਸਭ ਪਾਪ ਦੌੜ ਜਾਂਦੇ ਨੇ, ਭੱਜ ਜਾਂਦੇ ਹਨ। ਤੇ ਗੁਰੂ ਅਰਜਨ ਦੇਵ ਸਾਹਿਬ ਤਾਂ ਕਹਿੰਦੇ ਨੇ, ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਸ ਨੇ ਸੋ ਕਹਿੰਦੇ ਨੇ ਸੁਣੀ ਲਿਆ ਨਾ, ਜਿਹਨੇ ਵੇਖ ਲਿਆ ਉਹਦਾ ਤਾਂ ਕਹਿਣਾ ਕੀ ਹੈ। ਗੁਰੂ ਨਾਨਕ ਜਨ ਸੁਣਿਆ ਪੇਖਿਆ, ਜਿਹਨੇ ਪ੍ਰੇਮ ਨਾਲ ਸੁਣੀ ਲਿਆ ਨਾ, ਮਹਾਰਾਜ ਕਹਿੰਦੇ ਨੇ ਭਾਈ ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰੇ, ਫਿਰ ਮਾਤਾ ਦੇ ਗਰਭ ਵਿੱਚ ਨਹੀਂ, ਜੂਨਾ ਵਿੱਚ ਨਹੀਂ ਆਉਂਦਾ ਹੈ। ਕਿਤਕ ਦਿਵਸ ਇਸ ਭਾਂਤ ਬਿਤਾਏ। ਇਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਕੁਝ ਦਿਨ ਇਸੇ ਤਰ੍ਹਾਂ ਨਾਲ ਗੁਜ਼ਾਰੇ ਹਨ ਜੀ। ਸੋਭ ਮਗ ਦੇਨ ਜਗਤ ਜੋ ਆਏ। ਜੋ ਗੁਰੂ ਨਾਨਕ ਸਾਹਿਬ ਸੋਹਣਾ ਰਸਤਾ ਕਾਹਦਾ? ਪਰਮੇਸ਼ਵਰ ਦੀ ਪ੍ਰਾਪਤੀ ਦਾ ਸੁਭ ਮਗ, ਚੰਗਾ ਰਸਤਾ ਰੱਬ ਨੂੰ ਪ੍ਰਾਪਤ ਕਰਨ ਦਾ, ਮਿਲਣ ਦਾ ਜਿਹੜਾ ਹੈ ਨਾ, ਉਹ ਦੱਸਣ ਵਾਸਤੇ ਜੋ ਗੁਰੂ ਨਾਨਕ ਸਾਹਿਬ ਜੀ ਆਏ ਹਨ। ਕਮਲ ਬਦਨ ਇੱਕ ਦਿਨ ਨਿਜ ਸਦਨਾ। ਤੇ ਮੇਰੇ ਹਜੂਰ ਜੀ ਨੇ ਕੌਤਕ ਕੀਤਾ ਹੈ। ਮਹਾਰਾਜ ਦਾ ਮੁਖ ਹੈ ਕਮਲ ਵਰਗਾ, ਗੁਰੂ ਦੀ ਬਖਸ਼ਿਸ਼ ਹੈ। ਜਿਸ ਨੂੰ ਕਹੀਦਾ ਨਾ ਨੂਰਾਨੀ ਚਿਹਰਾ, ਜਾਨੂੰ ਕਹੀਦਾ ਚਿਹਰੇ ਤੇ ਨੂਰ। ਇਹ ਤੱਕਿਆ ਹੈ ਕਿ ਸਾਡੇ ਜਿਤਨੇ ਬੰਦਗੀ ਵਾਲੇ ਅਭਿਆਸੀ ਮਹਾਂਪੁਰਖ ਹੋਏ ਨੇ, ਉਹਨਾਂ ਦੇ ਚਿਹਰੇ ਦਾ ਨੂਰ ਅਲੱਗ ਹੁੰਦਾ ਹੈ। ਇਹ ਬਖਸ਼ਿਸ਼ ਹੁੰਦੀ ਮਹਾਰਾਜ ਦੀ। ਇਸ ਪ੍ਰਕਾਰ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਕਮਲ ਵਰਗਾ ਨੂਰ ਵਾਲਾ ਚਿਹਰਾ ਸੁੰਦਰ ਹੈ। ਪੌੜ ਸੈਨ ਕੀਏ ਦੁਖ ਨਿਕੰਦਨਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਦੁੱਖਾਂ ਨੂੰ ਸੋ ਮਹਾਰਾਜ ਜਿਹਨਾਂ ਨੇ ਕੱਟਿਆ ਹੈ, ਦੁੱਖਾਂ ਨੂੰ ਦੂਰ ਕਰਦੇ ਹਨ। ਤਿਹ ਛਿਨ ਅਸਨ ਹੋਤ ਭਾ ਤਿਆਰਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਪੌੜੇ ਸਨ, ਬਿਰਾਜਮਾਨ ਹੋਏ ਸਨ, ਆਰਾਮ ਕਰ ਰਹੇ ਸਨ। ਭੋਜਨ ਮਾਤਾ ਜੀ ਨੇ ਤਿਆਰ ਕੀਤਾ ਹੈ। ਸਵਾਦ ਸਰਸ ਨਾਨਾ ਪ੍ਰਕਾਰ। ਅਨੇਕ ਪ੍ਰਕਾਰ ਦੇ ਸਵਾਦ ਵਾਲੇ ਭੋਜਨ ਤਿਆਰ ਕੀਤੇ ਹਨ ਮਾਤਾ ਜੀ ਨੇ। ਪਾਕਸਾਲ ਮਹਿ ਤ੍ਰਿਪਤਾ ਮਾਤਾ। ਮਾਤਾ ਤ੍ਰਿਪਤਾ ਜੀ ਨੇ ਪਾਕਸਾਲ ਰਸੋਈ ਵਿੱਚ ਇਸ ਪ੍ਰਕਾਰ ਭੋਜਨ ਤਿਆਰ ਕੀਤਾ ਹੈ। ਵਿੰਜਨ ਕਰਵਾਏ ਤਿਹ ਤਾਤਾ। ਤੋ ਇਸ ਪ੍ਰਕਾਰ ਵਿੰਜਨ ਕਹੀਦਾ ਹੈ ਜੋ ਤਲੇ ਹੋਏ ਭੋਜਨ, ਮਠਿਆਈਆਂ ਆਦਿਕ ਹਨ। ਇੱਕ ਦਾਸੀ ਸੋ ਨਿਕਟ ਬੁਲਾਈ। ਆਪਣੇ ਸੁਪੁੱਤਰ ਲਈ ਪ੍ਰੇਮ ਨਾਲ ਮਾਤਾ ਜੀ ਨੇ ਭੋਜਨ ਤਿਆਰ ਕੀਤਾ। ਘਰ ਵਿੱਚ ਦਾਸੀ ਹੈ ਸੇਵਾ ਕਰਨ ਵਾਲੀ, ਭਾਗਾਂ ਵਾਲੀ, ਉਸ ਨੂੰ ਮਾਤਾ ਜੀ ਨੇ ਹੁਕਮ ਕੀਤਾ। ਕਹਿ ਕੇ ਸੁਤ ਕੋ ਆਨ ਜਗਾਈ। ਤੇ ਕਿਹਾ ਕਿ ਹੇ ਤੁਲਸਾਂ ਦਾਸੀ, ਮੇਰੇ ਸੁਪੁੱਤਰ ਨੂੰ ਜਗਾਓ, ਜਗਾ ਕੇ ਲਿਆਓ। ਸੀਤਲ ਹੋਏ ਨਾ ਜਾਏ ਆਹਾਰਾ। ਭੋਜਨ ਮੈਂ ਤਿਆਰ ਕੀਤਾ ਹੈ, ਭੋਜਨ ਠੰਡਾ ਨਾ ਹੋ ਜਾਏ, ਗਰਮ ਗਰਮ ਭੋਜਨ ਛਕਾਉਣਾ ਹੈ। ਜੇ ਵਹ ਆਨ ਅਨੇਕ ਪ੍ਰਕਾਰ। ਤੇ ਅਨੇਕ ਪ੍ਰਕਾਰ ਦੇ ਸੋਹਣੇ ਭੋਜਨ ਤਿਆਰ ਕੀਤੇ ਹਨ। ਗਰਮ ਗਰਮ ਤੇ ਤਾਜ਼ਾ ਭੋਜਨ ਗੁਰੂ ਨਾਨਕ ਸਾਹਿਬ ਜਿਵੇਂ ਆਣ ਕੇ ਛਕ ਲੈਣ। ਤਬ ਗਵਨੀ ਦਾਸ ਸੁਨ ਬੈਨਾ। ਦਾਸੀ ਕਹਿੰਦੇ ਨੇ ਇਹ ਬਚਨ ਸੁਣ ਕੇ ਮਾਤਾ ਜੀ ਦਾ, ਤਾਂ ਉਸ ਵੇਲੇ ਸੋ ਸਤਿਗੁਰੂ ਪਾਤਸ਼ਾਹ ਜੀ ਨੂੰ ਜਗਾਉਣ ਵਾਸਤੇ ਗਈ, ਜਿੱਥੇ ਮੇਰੇ ਸਤਿਗੁਰੂ ਜੀ ਆਸਣ ਤੇ ਬਿਰਾਜੇ ਹੋਏ ਸਨ। ਪਹੁੰਚੀ ਜਹ ਸੈਨੇ ਗੁਣ ਐਨਾ। ਜਿੱਥੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਿਰਾਜਮਾਨ ਹੋ ਰਹੇ ਸਨ, ਇਹ ਦਾਸੀ ਜਦੋਂ ਉੱਥੇ ਗਈ ਹੈ। ਹਿਰਦੇ ਜਗਾਵਨ ਕੀ ਅਬਲਾਖਾ। ਹੁਣ ਇੱਛਾ ਮਨ ਵਿੱਚ ਇਹ ਹੈ ਵੀ ਮਾਤਾ ਜੀ ਦਾ ਹੁਕਮ ਹੈ ਕਿ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਜਗਾਓ ਤੇ ਜਗਾ ਕੇ ਲਿਆਓ। ਸੁਮਤਵਾਨ ਥੀ ਬਚਨ ਨ ਭਾਖਾ। ਪਰ ਅਕਲਮੰਦ ਸੀ, ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਵਾਲੀ ਸੀ। ਇਸ ਵਾਸਤੇ ਪਹਿਲੇ ਜਾ ਕਰਕੇ
ਸਤਿਗੁਰੂ ਪਾਤਸ਼ਾਹ ਜੀ ਨੂੰ ਤੱਕਿਆ ਹੈ। ਸਿਆਣੀ ਸੀ, ਜਾਂਦਿਆਂ ਰੌਲਾ ਨਹੀਂ ਪਾਇਆ ਵੀ ਇੱਕਦਮ। ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਕਹਿੰਦੇ ਵੀ ਸੁੱਤੇ ਹੋਏ ਸ਼ੇਰ ਨੂੰ ਤੇ ਸੁੱਤੇ ਹੋਏ ਗੁਰੂ ਦੇ ਸਿੰਘ ਨੂੰ ਜਗਾਉਣਾ ਜਿਹੜਾ ਇਹ ਵੀ ਅਕਲ ਦਾ ਕੰਮ ਹੈ। ਅਣਜਾਣ ਪੁਣੇ 'ਚ ਕੋਈ ਨੁਕਸਾਨ ਕਰ ਬੈਠੇਗਾ, ਕਿਉਂਕਿ ਪਤਾ ਨਹੀਂ ਸ਼ੇਰ ਸੁੱਤਾ ਪਿਆ ਹੈ, ਉੱਠਦਿਆਂ ਸਾਰ ਪਤਾ ਨਹੀਂ ਕੀ ਕਰੂਗਾ, ਪੰਜਾ ਮਾਰੂ, ਦਹਾੜ ਮਾਰੂ, ਕੀ ਕਰੂ, ਤੇ ਪਤਾ ਨਹੀਂ ਕਿਸ ਆਨੰਦ ਵਿੱਚ ਕੋਈ ਮਹਾਂਪੁਰਸ਼ ਗੁਰਸਿੱਖ ਟਿਕੇ ਹੋਏ ਨੇ। ਯਕਦਮ ਜੇਕਰ ਜਾ ਕਰਕੇ ਕੋਈ ਉਹਨਾਂ ਨੂੰ ਸੋ ਕਾਹਲੀ ਵਿੱਚ ਕਹੂ ਤੇ ਪਤਾ ਨਹੀਂ ਕੀ ਬਚਨ ਨਿਕਲ ਜਾਏ ਤਾਂ ਸਤ ਹੋ ਜਾਏ। ਇਸ ਵਾਸਤੇ ਸਿਆਣੀ ਸੀ, ਇਸ ਨੇ ਜਾ ਕਰਕੇ ਸੋ ਤੱਕਿਆ ਗੁਰੂ ਪਾਤਸ਼ਾਹ ਮਹਾਰਾਜ ਨੂੰ, ਆਵਾਜ਼ ਨਹੀਂ ਮਾਰੀ ਹੈ। ਵਾਹਰ ਚੀਰ ਤੇ ਚਰਨ ਸੁਹਾਵਾ। ਕੀ ਤੱਕਦੀ ਹੈ ਕਿ ਸਤਿਗੁਰੂ ਜੀ ਕਿਸੇ ਟਿਕਾਂ ਤੇ ਆਨੰਦ ਵਿੱਚ ਬਿਰਾਜਮਾਨ ਹਨ ਅਤੇ ਹਜੂਰ ਪਾਤਸ਼ਾਹ ਜੀ ਨੇ ਜੋ ਚਾਦਰਾ ਉੱਪਰ ਲਿਆ ਹੈ, ਹਜੂਰ ਦੇ ਚਰਨ ਚਾਦਰੇ ਤੋਂ ਨੰਗੇ ਹਨ। ਤੇਹ ਪਰਸਨ ਹਿਤ ਮਨ ਲਲਚਾਵਾ। ਹੁਣ ਚਿੱਤ ਵਿੱਚ ਕੀ ਜਾਗਿਆ, ਜਦੋਂ ਭਾਗ ਜਾਗਦੇ ਨਾ ਤੇ ਚਿੱਤ ਵਿੱਚ ਵਿਚਾਰ ਆਇਆ। ਭਾਈ ਵੀਰ ਸੁਣੀ ਤੇ ਇਉਂ ਲਿਖਦੇ ਕਿ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਿਹਰੇ ਦਾ ਜਦੋਂ ਦਰਸ਼ਨ ਕੀਤਾ ਨਾ ਤੇ ਨੂਰਾਨੀ ਚਿਹਰੇ ਦੀ ਆਭਾ ਨੂੰ ਦੇਖ ਕਰਕੇ ਇਸ ਤੇ ਐਸਾ ਪ੍ਰਭਾਵ ਪਿਆ ਕਿ ਮਹਾਰਾਜ ਨੂੰ ਮੈਂ ਨਾ ਜਗਾਵਾਂ। ਤੇ ਮਨ 'ਚ ਖਿਆਲ ਆਇਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨ ਨੰਗੇ ਨੇ, ਤਾਂ ਚਰਨਾਂ ਨੂੰ ਵੀ ਮੈਂ ਸਪਰਸ਼ ਕਰਾਂ ਤੇ ਗੁਰੂ ਪਾਤਸ਼ਾਹ ਜਾਗ ਪੈਣਗੇ। ਚਉਪਈ ਪਰਮ ਪ੍ਰੇਮ ਜਾਗਿਓ ਮਨ ਮਾਹੀ। ਤੇ ਬੜਾ ਭਾਰੀ ਪਿਆਰ ਹਿਰਦੇ ਵਿੱਚ ਜਾਗ ਉੱਠਿਆ ਹੈ। ਚਰਨ ਹੈ ਹਾਥ ਸੁਹਾਇਓ ਨਾਹੀ। ਇਸ ਲਈ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਹੱਥਾਂ ਦੇ ਨਾਲ ਜਗਤ ਤਾਰਕ ਇਸ ਅਵਤਾਰ ਰੂਪ ਦੇ ਚਰਨਾਂ ਨੂੰ ਆਪਣੇ ਹੱਥ ਨਾ ਲਾਵਾਂ। ਇਹ ਮਨ 'ਚ ਵਿਚਾਰ ਕੀਤਾ। ਰਸਨਾ ਸੰਗ ਸੋ ਚਾਟਨ ਲਾਗੀ। ਤਾਂ ਮਨ 'ਚ ਵਿਚਾਰ ਆਇਆ ਵੀ ਐਸੇ ਕਮਲ ਵਰਗੇ ਲਾਲ ਲਾਲ ਕੋਮਲ ਕੋਮਲ ਚਰਨ ਨੇ, ਸੇਵਾ ਕਰ ਕਰਕੇ ਮੇਰੇ ਹੱਥ ਖਰਬੇ ਨੇ, ਕਸ਼ਟ ਦੇਣਗੇ ਗੁਰੂ ਸਾਹਿਬ ਨੂੰ। ਇਸ ਨੇ ਆਪਣੀ ਰਸਨਾ ਨਾਲ ਗੁਰੂ ਸਾਹਿਬ ਦੇ ਚਰਨਾਂ ਨੂੰ ਚਟਣਾ ਸ਼ੁਰੂ ਕਰ ਦਿੱਤਾ ਹੈ। ਜਗ ਮੈਂ ਵੱਡ ਭਾਗਨ ਅਨਰਾਗੀ। ਭਾਈ ਵੱਡਿਆਂ ਭਾਗਾਂ ਵਾਲੀ ਸੀ ਇਹ, ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੇਮਣ ਬਣੀ ਹੈ। ਕੀਨ ਸਪਰਸਨ ਰਸਨਾ ਜਬ ਹੀ। ਜਿਉਂ ਹੀ ਇਸ ਨੇ ਆਪਣੀ ਰਸਨਾ ਸੋਹਲ ਜ਼ਬਾਨ ਜਿਹੜੀ ਸੀ ਗੁਰੂ ਸਾਹਿਬ ਦੇ ਚਰਨਾਂ ਨੂੰ ਸੁਹਾਈ ਹੈ। ਤੀਨ ਲੋਕ ਕੀ ਸੁਧ ਭੀ ਤਬ ਹੀ। ਤਦੋਂ ਹੀ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਗੁਰੂ ਪਾਤਸ਼ਾਹ ਜੀ ਦੀ ਚਰਨ ਛੋਹ ਮਿਲੀ, ਇਸ ਦੇ ਕੁਆੜ ਖੁੱਲ ਗਏ ਨੇ। ਡਾਕਟਰ ਭਾਈ ਵੀਰ ਸੋਹਣੀ ਉੱਚ ਅਵਸਥਾ ਦੇ ਮਾਲਕ ਹਨ। ਉਹ ਲਿਖਦੇ ਨੇ ਕਿ ਜਿਉਂ ਹੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਮਿਲੀ ਹੈ ਤਾਂ ਅਚਨਚੇਤ ਅਚਾਨਕ ਉਸ ਵੇਲੇ ਸੋ ਇਸ ਨੂੰ ਕਹਿੰਦੇ ਕਪਾਹੀ ਰੰਗ ਦੀ ਇੱਕ ਰੋਸ਼ਨੀ ਬੜੀ ਤੇਜ਼ ਪਰ ਠੰਡੀ ਜਿਹੜੀ ਸੀ, ਅੱਖਾਂ ਦੇ ਛੌੜ ਕਹਿੰਦੇ ਇਸ ਦੇ ਕੱਟ ਕਰਕੇ ਇਸ ਨੂੰ ਐਸੀ ਰੋਸ਼ਨੀ ਜਿਹੜੀ ਹੈ ਉਹਦਾ ਪ੍ਰਕਾਸ਼ ਹੋਇਆ। ਉਸ ਤੋਂ ਬਾਅਦ ਕੀ ਤੱਕਦੀ ਹੈ। ਗ੍ਰਾਮ ਨਗਰ ਕਾਨਨ ਗਿਰ ਭਾਰੀ। ਤਿੰਨਾਂ ਹੀ ਲੋਕਾਂ ਦੀ ਨਿਗਾਹ ਦ੍ਰਿਸ਼ਟੀ ਖੁੱਲ ਗਈ, ਤਾਂ ਸਾਰੇ ਜਿੰਨੇ ਪਿੰਡ ਸ਼ਹਿਰ ਨਗਰ ਸਾਰਾ ਇਹ ਦੇਖ ਰਹੀ ਹੈ। ਸਭ ਸੁਧ ਜਾਨੀ ਸਿੰਧ ਮਝਾਰੀ। ਸਮੁੰਦਰ ਤੱਕ ਦੀ ਸਾਰੀ ਖਬਰ ਜਿਹੜੀ ਹੈ ਇਸ ਨੇ ਜਾਣ ਲਈ ਦੇਖ ਲਈ ਹੈ। ਤਹ ਇੱਕ ਕੌਤਕ ਲਖਿਓ ਅਨੂਪਾ। ਕੀ ਤੱਕਦੀ ਹੈ। ਸਮੁੰਦਰ ਦੇ ਵਿੱਚ ਇੱਕ ਬੜਾ ਅਨੋਖਾ ਕੌਤਕ ਹੋ ਰਿਹਾ ਹੈ, ਇਹ ਤੁਲਸਾ ਦਾਸੀ ਦੇਖ ਰਹੀ ਹੈ। ਸ੍ਰੀ ਨਾਨਕ ਕੋ ਪਿਖਿਓ ਸਰੂਪਾ। ਸਮੁੰਦਰ ਦੇ ਵਿੱਚ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਇਸ ਨੇ। ਲਵਪੁਰ ਕੋ ਮਨ ਸੁਖ ਜੋ ਸ਼ਾਹ। ਲਾਹੌਰ ਵਾਲਾ ਜਿਹੜਾ ਮਨ ਸੁਖ ਗੁਰੂ ਦਾ ਸਿੱਖ ਬਣਿਆ ਸੀ ਸ਼ਾਹੂਕਾਰ। ਤੇਹ ਜਹਾਜ ਥੋ ਸਾਗਰ ਮਾਹ। ਤੋ ਇਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਕੇ, ਮਹਾਰਾਜ ਮੈਂ ਵਪਾਰ ਲਈ ਬਾਹਰ ਚੱਲਿਆ ਹਾਂ ਤੇ ਮੇਰੇ ਤੇ ਕਿਰਪਾ ਰੱਖਣੀ, ਨਾਲੇ ਮਹਾਰਾਜ ਮੈਨੂੰ ਕੁਛ ਬਾਣੀ ਦੇ ਸ਼ਬਦ ਆਪ ਜੀ ਸਿਖਾਓ ਲਿਖਾਓ, ਮੈਂ ਕੋਲ ਲਿਖ ਲਵਾਂ ਤੇ ਮੈਂ ਨਿਤਨੇਮ ਕਰਿਆ ਕਰਾਂਗਾ। ਇਉਂ ਗੁਰੂ ਦੀ ਆਗਿਆ ਲੈ ਕੇ ਗਿਆ ਸੀ। ਗੁਰੂ ਸਾਹਿਬ ਨੇ ਕਿਹਾ ਸੀ ਬਾਣੀ ਪੜ੍ਹਿਆ ਕਰ, ਸਾਰੀ ਹਦਾਇਤ ਕੀਤੀ ਸੀ, ਤੇ ਜੇ ਕੋਈ ਵਿਘਨ ਆਵੇ ਤੇ ਅਰਦਾਸ ਕਰੇ। ਤੋ ਜਿਸ ਵੇਲੇ ਇਹ ਆਪਣਾ ਜਹਾਜ਼ ਲੈ ਕਰਕੇ ਸਮੁੰਦਰ ਵਿੱਚ ਠੇਲ ਕਰਕੇ ਵਪਾਰ ਲਈ ਜਾ ਰਿਹਾ ਸੀ
ਤਾਂ ਕੀ ਹੋਇਆ ਹੈ? ਤਾਂ ਕੋ ਬਿਗਨ ਹੋਣ ਕਛ ਲਾਗਾ। ਇਸ ਦੇ ਜਹਾਜ਼ ਨੂੰ ਕੁਛ ਵਿਘਨ ਹੋਣ ਲੱਗਾ। ਤੋ ਇਉਂ ਅੱਜ ਕੱਲ੍ਹ ਵਰਗੇ ਜਹਾਜ਼ ਨਹੀਂ ਸਨ ਉਸ ਸਮੇਂ 'ਤੇ। ਮਹਾਂਪੁਰਖਾਂ ਦੇ ਨਾਲ ਪਟਨਾ ਸਾਹਿਬ ਗਏ ਸੀ, ਉੱਥੇ ਗੰਗਾ ਦੇ ਵਿੱਚ ਦੇਖੇ ਸੀ ਉਹ ਜਹਾਜ਼, ਪੁਰਾਣਾ ਬੇੜਾ, ਜਿਵੇਂ ਬੇੜੀ ਹੁੰਦੀ ਲੱਕੜ ਦੀ, ਇਸ ਤਰ੍ਹਾਂ ਵੱਡਾ ਸਾਰਾ ਬੇੜਾ ਬਣਾਇਆ ਹੁੰਦਾ ਅਤੇ ਉਹਦੇ 'ਤੇ ਛੱਤ ਬਣਾਈ ਹੋਣੀ, ਉਹਦੇ ਵਿਚਾਲੇ ਇੱਕ ਵੱਡਾ ਥੰਬਾ ਗੱਡਿਆ ਹੁੰਦਾ ਪੱਕਾ ਕਰਕੇ, ਉਸ ਦੇ ਨਾਲ ਇੱਕ ਪਰਦਾ ਹੁੰਦਾ ਏਅਰ ਪ੍ਰੂਫ ਜਿਹੜਾ ਹੋਵੇ, ਜਿਹਦੇ ਵਿੱਚ ਹਵਾ ਕਰਾਸ ਨਾ ਕਰੇ। ਜਿੱਧਰ ਨੂੰ ਜਾਣਾ, ਜਦੋਂ ਉਸ ਪਾਸੇ ਦੀ ਹਵਾ ਚੱਲੇ ਤਾਂ ਪਰਦਾ ਤਾਣ ਦੇਣਾ, ਉਸ ਹਵਾ ਦੇ ਜ਼ੋਰ ਨਾਲ ਡੂੰਘੇ ਪਾਣੀ ਦੇ ਉੱਤੇ ਤਰਦਾ ਹੋਇਆ ਜਹਾਜ਼ ਅਗਲੇ ਪਾਸੇ ਜਾਂਦਾ ਸੀ। ਇਸ ਤਰ੍ਹਾਂ ਦਾ ਬੇੜਾ। ਤੋ ਇਸ ਦਾ ਜਹਾਜ਼ ਜਿਹੜਾ ਸੀ ਉਸ ਨੂੰ ਕੁਛ ਵਿਘਨ ਹੋਇਆ ਹੈ, ਕੋਈ ਇਸ ਪ੍ਰਕਾਰ ਜਿਸ ਤਰ੍ਹਾਂ ਲਹਿਰਾਂ ਆ ਗਈਆਂ ਸਮੁੰਦਰ ਦੀਆਂ ਜਾਂ ਕੋਈ ਬਰੇਤੀ ਆ ਗਈ। ਜਦੋਂ ਦੇਖਿਆ ਜਹਾਜ਼ ਜਿਹੜਾ ਹੈ ਉਸ ਨੂੰ ਜਿਸ ਵੇਲੇ ਖਤਰਾ ਜਾਪਿਆ ਹੈ ਤਾਂ ਸਿਮਰਨ ਸ੍ਰੀ ਨਾਨਕ ਅਨਰਾਗਾ। ਤਾਂ ਉਸ ਮਨਸੁਖ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕੀਤਾ, ਅਰਦਾਸ ਵਿੱਚ ਜੁੜ ਗਿਆ ਹੈ। ਹੇ ਪ੍ਰਭ ਦੀਨ ਬੰਦ ਗੁਰੂ ਪੂਰਨ। ਹੇ ਪੂਰੇ ਗੁਰੂ, ਹੇ ਮੇਰੇ ਪਰਮੇਸ਼ਵਰ, ਹੇ ਗਰੀਬਾਂ ਦੇ ਸੰਬੰਧੀ ਗਰੀਬ ਨਵਾਜ, ਕਰਹੁ ਸਹਾਇ ਆਨ ਮਮ ਤੂਰਨ। ਛੇਤੀ ਕਰੋ ਮਹਾਰਾਜ, ਆਣ ਕੇ ਮੇਰੀ ਮਦਦ ਕਰੋ, ਮੇਰੀ ਸਹਾਇਤਾ ਕਰੋ, ਸਤਿਗੁਰੂ ਜੀ ਰੱਖਿਆ ਕਰੋ। ਜਹ ਸੰਬੰਧੀ ਕੋਇ ਨ ਸਾਥਾ। ਜਿੱਥੇ ਮਹਾਰਾਜ ਕੋਈ ਵੀ ਸੰਬੰਧੀ ਸਾਥ ਨਹੀਂ ਦੇ ਸਕਦਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਜਿੱਥੇ ਕੋਈ ਵੀ ਸਹਾਇਕ ਨਹੀਂ ਹੋ ਸਕਦਾ, ਤਹ ਤੁਮ ਸਾਥ ਹੋਤ ਜਗਨਾਥਾ। ਹੇ ਜਗਤ ਦੇ ਸੁਆਮੀ, ਉੱਥੇ ਤੁਸੀਂ ਸਾਥੀ ਹੁੰਦੇ ਆਪਣੇ ਪਿਆਰਿਆਂ ਦੇ। ਤੀਰ ਸੰਗਲਾ ਦੀਪ ਪਹੁੰਚਾਵਨ। ਤੇ ਮਹਾਰਾਜ ਕਿਰਪਾ ਕਰੋ, ਮੇਰਾ ਜਹਾਜ਼ ਸੰਗਲਾ ਦੀਪ, ਤੇ ਉਦੋਂ ਸੰਗਲਾ ਦੀਪ ਬਾਅਦ ਵਿੱਚ ਦੱਸਦੇ ਵੀ ਇਹ ਲੰਕਾ ਦਾ ਟਾਪੂ ਸੀ, ਜਿਹਨੂੰ ਲੰਕਾ ਕਹਿੰਦੇ ਨੇ। ਇਉਂ ਸੰਗਲਾ ਦੀਪ ਵਿੱਚ ਮਹਾਰਾਜ ਜਹਾਜ਼ ਮੇਰਾ ਪਹੁੰਚਣਾ ਹੈ ਤੇ ਇਸ ਨੂੰ ਵਿਘਨ ਹੋ ਰਿਹਾ, ਕਿਰਪਾ ਕਰੋ। ਕਰਹੁ ਜਹਾਜ਼ ਭਗਤ ਮਨ ਭਾਵਨ। ਹੇ ਭਗਤਾਂ ਦੇ ਮਨ ਨੂੰ ਭਾਉਣ ਵਾਲੇ ਸਤਿਗੁਰੂ ਜੀ, ਮੇਰਾ ਜਹਾਜ਼ ਸੰਗਲਾ ਦੀਪ ਦੀ ਬੰਦਰਗਾਹ ਤੇ ਕਿਨਾਰੇ ਤੇ ਲਾ ਦਿਓ। ਨਿਜ ਅਰਾਧਨਾ ਲਖ ਕਰ ਸੁਆਮੀ। ਧੰਨ ਮੇਰੇ ਸਤਿਗੁਰੂ ਅੰਤਰਜਾਮੀ ਜੀ। ਸੋ ਦੇਖਿਆ ਕਿ ਸਾਡੀ ਅਰਾਧਨਾ ਕਰ ਰਿਹਾ ਸਿੱਖ। ਗੁਰੂ ਹਰ ਵੇਲੇ ਹਰੇਕ ਸਿੱਖ ਨੂੰ ਤੱਕਦਾ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਝੱਟ ਸੋ ਅੰਤਰਜਾਮਤਾ ਨਾਲ ਜਾਣ ਲਿਆ ਕਿ ਮੇਰਾ ਪਿਆਰਾ ਸਿੱਖ ਭਾਈ ਮਨਸੁਖ ਜਿਹੜਾ ਹੈ ਉਹ ਅਰਦਾਸ ਕਰ ਰਿਹਾ ਹੈ, ਉਹਨੂੰ ਮਦਦ ਦੀ ਲੋੜ ਹੈ। ਗਏ ਸਿੰਧ ਮਹਿ ਅੰਤਰਜਾਮੀ। ਧੰਨ ਮੇਰੇ ਅੰਤਰਜਾਮੀ ਸਾਹਿਬ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਸਮੁੰਦਰ ਵਿੱਚ ਗਏ ਨੇ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਹੁਣ ਇੱਧਰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸੋ ਆਰਾਮ ਕਰ ਰਹੇ ਨੇ, ਘਰ ਵਿੱਚ ਸੁੱਤੇ ਹੋਏ ਨੇ। ਮਾਤਾ ਜੀ ਨੇ ਭੋਜਨ ਤਿਆਰ ਕੀਤਾ ਹੈ ਤੇ ਇਸ ਦਾਸੀ ਨੂੰ ਕਿਹਾ ਵੀ ਉਠਾਓ ਭੋਜਨ ਛਕ ਲੈਣ। ਤੇ ਉਧਰ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸਿੱਖ ਦਾ ਜਹਾਜ਼, ਆਪਣਾ ਬੇੜਾ ਜਿਹੜਾ ਉਸ ਦਾ ਬੰਨੇ ਲਾ ਰਹੇ ਨੇ ਸਮੁੰਦਰ ਦੇ ਵਿੱਚ। ਹੁਣ ਇੱਥੇ ਅਕਲ ਕੰਮ ਨਹੀਂ ਕਰੇਗੀ। ਜਿਹੜੇ ਲੋਕ ਬੁੱਧੀ ਦੇ ਤਲ ਤੇ ਖੜੇ ਨੇ ਉਹ ਇਸ ਦਾ ਫੈਸਲਾ ਨਹੀਂ ਲੈ ਸਕਦੇ ਵੀ ਗੁਰੂ ਨਾਨਕ ਇੱਕ ਨੇ ਦੋ ਕਿਵੇਂ ਹੋ ਗਏ। ਪਰ ਜਿਹੜੇ ਆਤਮ ਰਸੀ ਅਭਿਆਸੀ ਲੋਕ ਨੇ ਉਹਨਾਂ ਨੂੰ ਗੁਰੂ ਨੇ ਸੋਝੀ ਬਖਸ਼ਿਸ਼ ਕੀਤੀ ਹੈ। ਸਾਨੂੰ ਦੱਸਿਆ ਹੈ, ਮਹਾਂਪੁਰਖਾਂ ਨੇ ਪੜ੍ਹਾਇਆ ਹੈ, ਇਹ ਜਿਹੜਾ ਸਾਡਾ ਸਰੀਰ ਆ ਇਹ ਇੱਕ ਨਹੀਂ ਹੈ। ਸਾਨੂੰ ਪਰਮੇਸ਼ਵਰ ਨੇ 3 ਸਰੀਰ ਦਿੱਤੇ ਹੋਏ ਨੇ। ਹਰੇਕ ਪ੍ਰਾਣੀ ਦੇ ਸਾਡੇ 3-3 ਸਰੀਰ ਨੇ। ਐਸ ਨੂੰ ਕਹੀਦਾ ਸਥੂਲ ਸਰੀਰ, ਇਹ 5 ਤੱਤਾਂ ਦਾ ਹੈ। ਹੁਣ ਜਿਸ ਸਰੀਰ ਨਾਲ ਗੁਰੂ ਸਾਹਿਬ ਇਹ ਕੰਮ ਕਰ ਰਹੇ ਨੇ ਉਹਨੂੰ ਕਹੀਦਾ ਹੈ ਸੂਖਮ ਸਰੀਰ ਜਾਂ ਲਿੰਗ ਸਰੀਰ, ਉਸ ਨੂੰ ਕਹੀਦਾ ਉਹ 17 ਤੱਤਾਂ ਦਾ ਹੈ। ਜਿੱਦਾਂ ਮਰਜ਼ੀ ਵੱਡਾ ਹੋ ਸਕਦਾ, ਜਿੱਦਾਂ ਮਰਜ਼ੀ ਛੋਟਾ ਹੋ ਸਕਦਾ, ਇੱਕ ਛਿਨ ਵਿੱਚ ਜਿੱਥੇ ਜਾ ਸਕਦਾ, ਇਹ ਜਿਹੜਾ ਇਹ ਉਹਦੇ ਵਿੱਚ ਹੈ। ਉਹ ਸਾਡਾ ਸੂਖਮ ਸਰੀਰ ਹੈ। ਇੱਕ ਤੀਸਰਾ ਸਰੀਰ ਉਹਦੇ ਵਿੱਚ ਹੋਰ ਹੈ, ਉਸ ਨੂੰ ਕਾਰਨ ਸਰੀਰ ਕਿਹਾ ਹੈ। ਤੋ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੂਖਮ ਸਰੀਰ ਵਿੱਚ ਪਹੁੰਚੇ ਨੇ ਤੇ ਆਪਣੇ ਸੇਵਕ ਦਾ ਬੇੜਾ ਬੰਨਾ ਲਾਇਆ ਹੈ। ਇਹ ਜਹਾਜ਼ ਕੋ ਤਟ ਪਹੁੰਚਾਵਾ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉਸ ਸਰੂਪ ਵਿੱਚ ਜਾ ਕੇ ਸਮੁੰਦਰ ਵਿੱਚ ਹੋ ਕਰਕੇ ਸੋ ਇਸ ਪ੍ਰਕਾਰ ਆਪਣੀ ਸ਼ਕਤੀ ਦੇ ਨਾਲ ਧੱਕ ਕਰਕੇ ਜਹਾਜ਼ ਜਿਹੜਾ ਹੈ ਉਸ ਨੂੰ ਸੋ ਇਸ ਪ੍ਰਕਾਰ ਸੰਗਲਾ ਦੀਪ ਦੇ ਸੋ ਉਸ ਟਾਪੂ ਦੇ ਕਿਨਾਰੇ ਤੇ ਜਾ ਕੇ ਲਾ ਦਿੱਤਾ ਹੈ। ਮਨ ਸੁਖ ਦੇਖ ਹਿਰਦੇ ਸੁਖ ਪਾਵਾ। ਜਿਸ ਵੇਲੇ ਮਨ ਸੁਖ ਉਸ ਸ਼ਾਹੂਕਾਰ ਨੇ ਦੇਖਿਆ ਸਿੱਖ ਨੇ ਕਿ ਮੇਰਾ ਬੇੜਾ ਬੰਨੇ ਲੱਗ ਗਿਆ, ਨਿਸ਼ਚਾ ਹੋ ਗਿਆ, ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ। ਦਾਸੀ ਸਭ ਬਲੋਕ ਬਿਰਤਾਂਤਾ। ਇਹ ਹੁਣ ਜਿਹੜਾ ਇਸ ਤੁਲਸਾ ਦਾਸੀ ਤੇ ਗੁਰੂ ਨਾਨਕ ਦਾ ਕੌਤਕ ਵਰਤਿਆ ਸਾਧ ਸੰਗਤ ਜੀ, ਇਸ ਨੂੰ ਕਹੀਦਾ ਦਿਵ ਦ੍ਰਿਸ਼ਟੀ।
ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਦੀ ਦਿਵ ਦ੍ਰਿਸ਼ਟੀ ਖੋਲ੍ਹੀ ਹੈ। ਤੇ ਦਿਵ ਦ੍ਰਿਸ਼ਟੀ ਜਿਸ ਵੇਲੇ ਇਸ ਨੇ ਦੇਖਿਆ ਤੇ ਇਹ ਸਾਰਾ ਕੌਤਕ ਇਸ ਨੇ ਆਪਣੇ ਉਸ ਦ੍ਰਿਸ਼ਟੀ ਦੇ ਵਿੱਚ ਜਦੋਂ ਤੱਕ ਲਿਆ ਹੈ ਤਾਂ ਗਈ ਤਬਹਿ ਜਹ ਥੀ ਗੁਰ ਮਾਤਾ, ਤਾਂ ਉੱਥੇ ਗਈ ਹੈ ਜਿੱਥੇ ਮਾਤਾ ਜੀ ਰਸੋਈ ਵਿੱਚ ਸਨ। ਕਹਿਓ ਜਾਏ ਮੈਂ ਕੀਏ ਨਾ ਜਗਾਵਨ, ਤੇ ਮਾਤਾ ਕਹਿੰਦੀ ਜਗਾਇਆ ਹੈ ਮੇਰੇ ਪੁੱਤਰ ਨੂੰ? ਤਾਂ ਇਸ ਪ੍ਰਕਾਰ ਅੱਗੋਂ ਜਵਾਬ, ਨਹੀਂ ਮੈਂ ਜਗਾਇਆ ਨਹੀਂ ਹੈ। ਸੋ ਤੋ ਕਰਹਿ ਜਹਾਜ਼ ਲਗਾਵਨ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਕੰਮ ਕਰ ਰਹੇ ਨੇ, ਆਪਣੇ ਸੇਵਕ ਦਾ ਬੇੜਾ ਬੰਨੇ ਲਾ ਰਹੇ ਹਨ। ਚਉਪਈ ਜਬ ਨਿਜ ਸਿੱਖ ਕੋ ਕਰ ਹੈ ਕਾਜਾ, ਇਹ ਮਾਤਾ ਜੀ ਥੋੜਾ ਜਿਹਾ ਠਹਿਰ ਜਾਓ, ਜਦੋਂ ਆਪਣੇ ਸਿੱਖ ਦਾ ਕਾਰਜ ਗੁਰੂ ਸਾਹਿਬ ਜੀ ਪੂਰਾ ਕਰ ਲੈਣਗੇ। ਦੇ ਸਮੁੰਦਰ ਲੰਘਾਏ ਜਹਾਜ਼ਾ, ਜਦੋਂ ਸਮੁੰਦਰ ਨੂੰ ਲੰਘਾ ਕਰਕੇ ਜਹਾਜ਼ ਨੂੰ ਕਿਨਾਰੇ ਲਾ ਦੇਣਗੇ ਮਹਾਰਾਜ, ਤਬ ਮੈਂ ਆਨੋ ਤਿਨਹਿ ਜਗਾਈ, ਤਾਂ ਗੁਰੂ ਨਾਨਕ ਸਾਹਿਬ ਮੈਂ ਜਗਾ ਕੇ ਲਿਆਵਾਂਗੀ। ਕਹੋ ਸਾਚ ਬਚ ਕੂਰ ਨਾ ਰਾਈ, ਮਾਤਾ ਜੀ ਮੈਂ ਬਿਲਕੁਲ ਜਰਾ ਝੂਠ ਨਹੀਂ ਬੋਲਦੀ, ਸੱਚਾ ਬਚਨ ਤੁਹਾਨੂੰ ਦੱਸਦੀ ਹਾਂ, ਮੈਂ ਆਹ ਕੁਛ ਦੇਖਿਆ ਹੈ। ਸੁਨ ਤ੍ਰਿਪਤਾ ਰਿਸ ਕਸ ਕਹਿ ਬੈਨਾ, ਹੁਣ ਮਾਤਾ ਜੀ, ਮਾਤਾ ਤਾਂ ਹੈ, ਮਾਤਾ ਦਾ ਮਾਣ ਤਾਂ ਬਖਸ਼ਿਆ ਹੈ, ਪਰ ਅਜੇ ਉਹ ਜਿਹੜਾ ਪਰਦਾ ਰਾਇਬਲਾਰ ਦਾ ਚੱਕਿਆ ਨਾ, ਅਜੇ ਮਾਤਾ ਜੀ ਤੋਂ ਨਹੀਂ ਚੱਕਿਆ ਹੈ। ਤੇ ਮਾਤਾ ਜੀ ਸੰਸਾਰਾਕਾਰ ਬਿਰਤੀ ਵਿੱਚ ਇਸ ਪ੍ਰਕਾਰ ਸੋਚਦੇ ਹਨ। ਗਈ ਆਪ ਜਹੈ ਕੀਏ ਸੁਤ ਸੈਨਾ, ਜਿੱਥੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਸੁੱਤੇ ਹੋਏ ਸਨ, ਬਰਾਜੇ ਸਨ, ਉੱਥੇ ਮਾਤਾ ਜੀ ਆਪ ਚਲੇ ਗਏ ਨੇ। ਤਿਨਹਿ ਜਗਾਏ ਅਚਾਏ ਆਹਾਰਾ, ਤੇ ਗੁਰੂ ਸਾਹਿਬ ਨੂੰ ਜਗਾ ਲਿਆਂਦਾ ਹੈ, ਭੋਜਨ ਛਕਾ ਦਿੱਤਾ। ਪਾਛੇ ਤੇ ਮੁਖ ਬਚਨ ਉਚਾਰਾ, ਤੇ ਪਿੱਛੋਂ ਆਪਣੇ ਮੁਖ ਤੋਂ ਬਚਨ ਕਹਿੰਦੇ ਹਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ। ਸੁਨਹੁ ਪੁੱਤਰ ਲੱਖ ਦਸਾ ਤੁਮਾਰੀ, ਦੇਖੋ ਮੇਰੇ ਪੁੱਤਰ ਜੀ, ਤੁਹਾਡੀ ਇਹੋ ਜਿਹੀ ਦਸ਼ਾ ਨੂੰ ਤੱਕ ਕਰਕੇ ਦਾਸੀ ਭੀ ਮੁਝ ਹਸੀ ਉਚਾਰੀ, ਪਰ ਇਹ ਘਰ ਦੀ ਸਾਡੀ ਦਾਸੀ ਜਿਹੜੀ ਸੇਵਾ ਕਰਨ ਵਾਲੀ ਹੈ ਨਾ, ਇਹਨੇ ਵੀ ਅੱਜ ਮਖੌਲ ਕੀਤਾ। ਸਤਸੰਗ ਗੱਲ ਇਹ ਹੈ ਕਿ ਜਿਹੜੀਆਂ ਉੱਚੀਆਂ ਆਤਮਿਕ ਉਡਾਰੀਆਂ ਨੇ, ਉਹਨਾਂ ਦੇ ਤਾਈਂ ਆਮ ਲੋਕ ਨਹੀਂ ਸਮਝ ਸਕਦੇ। ਇਸ ਵਾਸਤੇ ਤੋਂ ਮਾਤਾ ਜੀ ਕਹਿੰਦੇ ਨੇ, ਅੱਜ ਤਾਂ ਸਾਡੇ ਘਰ ਦੀ ਗੋਲੀ ਨੇ ਵੀ ਮੈਨੂੰ ਮਖੌਲ ਕੀਤਾ ਹੈ ਜੀ। ਕਹਿ ਕੇ ਕਰਹਿ ਜਹਾਜ਼ ਲੰਘਾਵਨ, ਲਓ ਦੇਖੋ, ਸੋ ਤੁਸੀਂ ਬਰਾਜੇ ਸੀ, ਮੈਂ ਭੋਜਨ ਤਿਆਰ ਕੀਤਾ, ਠਾਉਣ ਗਈ ਹੈ, ਕਹਿੰਦੀ ਅਖੇ ਗੁਰੂ ਸਾਹਿਬ ਤਾਂ ਜਹਾਜ਼ ਬੰਨੇ ਲਾ ਰਹੇ ਨੇ। ਤਾਂ ਕਹਿੰਦੇ ਮੈਨੂੰ ਇਹ ਮਖੌਲ ਕੀਤਾ ਹੈ, ਕਿਉਂਕਿ ਅਜੇ ਸੋਝੀ ਨਹੀਂ ਹੈ। ਇਸ ਵਾਸਤੇ ਨਹਿ ਜਾਂਤੇ ਮੈਂ ਕਰੂੰ ਜਗਾਵਨ, ਇਸ ਵਾਸਤੇ ਕਹਿੰਦੀ ਜੀ ਮੈਂ ਜਗਾਉਣਾ ਨਹੀਂ ਗੁਰੂ ਸਾਹਿਬ ਜੀ ਨੂੰ, ਮਹਾਰਾਜ ਤਾਂ ਕੰਮ ਕਰ ਰਹੇ ਹਨ ਸਮੁੰਦਰ ਵਿੱਚ ਜਾ ਕੇ। ਮਾਤ ਬਚਨ ਸੁਨ ਕਰ ਜਗ ਸੁਆਮੀ, ਜਗਤ ਦੇ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਮਾਤਾ ਜੀ ਦਾ ਬਚਨ ਸੁਣਿਆ ਤਾਂ ਬੋਲੇ ਮੁਖ ਤੇ ਅੰਤਰਜਾਮੀ, ਅੰਤਰਜਾਮੀ ਸਨ, ਪਤਾ ਤਾਂ ਸਾਰਾ ਕੁਝ ਸੀ, ਪਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਫਿਰ ਬਚਨ ਕੀਤਾ, ਕਹਿੰਦੇ ਨੇ ਕਮਲੀ ਝਮਲੀ ਕੇ ਬਚ ਐਸੇ। ਹੁਣ ਗੁਰੂ ਜੀ ਨੂੰ ਪਤਾ ਹੈ ਵੀ ਇਹ ਜੋ ਕੁਛ ਹੈ ਤਾਂ ਸੱਚ ਹੈ, ਬਖਸ਼ਿਸ਼ ਤਾਂ ਕੀਤੀ ਹੈ, ਪਰ ਹੁਣ ਕਹਿਣ ਲੱਗੇ ਤੋ ਕਹਿੰਦੇ ਨੇ ਮਾਤਾ ਤੂੰ ਨਾ ਫਿਕਰ ਕਰ, ਇਹ ਵਿਚਾਰੀ ਕਮਲੀ ਝਮਲੀ ਹੈ, ਕਹਿੰਦੇ ਇਹਦੇ ਗੱਲ ਤੇ ਯਕੀਨ ਨਾ ਕਰਿਆ ਕਰ ਤੂੰ, ਇਸ ਕੇ ਕਹੇ ਨਾ ਮੰਨਹੁ ਕੈਸੇ, ਤੁਸੀਂ ਇਹਦੀ ਗੱਲ ਨਾ ਮੰਨਿਆ ਕਰੋ, ਜੋ ਕਹਿੰਦੇ ਨੇ ਤੁਸੀਂ ਨਾ ਯਕੀਨ ਕਰਿਆ ਕਰੋ, ਇਹ ਜੋ ਕਹਿੰਦੀ ਆ ਕਹਿਣ ਦਿਓ। ਤੋ ਇੱਥੇ ਇਸ ਪ੍ਰਕਾਰ ਭਾਈ ਵੀਰ ਸੁਣੀ ਲਿਖਦੇ ਨੇ, ਕਹਿੰਦੇ ਜਿਸ ਵੇਲੇ ਮਾਤਾ ਜੀ ਜਗਾਉਣ ਗਏ ਤੇ ਬੇਬੇ ਨਾਨਕੀ ਜੀ ਆਣ ਕੇ ਰਸੋਈ 'ਚ ਬੈਠ ਗਏ ਨੇ, ਤੇ ਜਿਸ ਵੇਲੇ ਮਾਤਾ ਜੀ ਨੇ ਭੋਜਨ ਛਕਾਇਆ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਵੇਲੇ ਬਚਨ ਕੀਤਾ ਨਾ ਵੀ ਇਹ ਤਾਂ ਕਮਲੀ ਝਮਲੀ ਹੈ, ਕਹਿੰਦੇ ਬੇਬੇ ਨਾਨਕੀ ਜੀ ਧਰਤੀ ਹਿੱਲ ਗਈ ਤੇ ਘਬਰਾ ਗਏ ਵੀ ਇਹ ਕੀ ਬਣਿਆ, ਇਹ ਸਾਡੇ ਘਰ ਦੀ ਸੇਵਕ, ਤੇ ਕਹਿੰਦੇ ਨੇ ਹਉਕਾ ਨਿਕਲਿਆ ਵੀ ਮਹਾਰਾਜ ਨੇ ਬਚਨ ਕਰਤਾ ਵੀ ਇਹ ਤਾਂ ਆ ਕਰ ਦਿੱਤਾ। ਕਹਿੰਦੇ ਜਿਸ ਵੇਲੇ ਉਹ ਘਬਰਾ ਕੇ ਤਾਂ ਬੇਬੇ ਜੀ ਇਸ ਪ੍ਰਕਾਰ ਸੋ ਨਿਰਾਸ਼ਾ ਵਿੱਚ ਆਏ ਹਨ, ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਫਿਰ ਉਹਨੂੰ ਸਮਝਾਇਆ, ਕਹਿਣ ਲੱਗੇ ਨਹੀਂ ਫਿਕਰ ਨਾ ਕਰੋ, ਇਹ ਉਹੋ ਜੀ ਕਮਲੀ ਨਹੀਂ ਕੀਤੀ ਜਿਹਨੂੰ ਦੁਨੀਆ ਪਾਗਲ ਕਹਿੰਦੀ ਹੈ, ਇਹਨੂੰ ਇੱਕ ਅਸੀਂ ਮਸਤ ਬਿਰਤੀ ਦਿੱਤੀ ਹੈ ਵੀ ਸੰਸਾਰਾਕਾਰ ਬਿਰਤੀਆਂ ਤੋਂ ਉੱਚੀ ਹੋਵੇਗੀ, ਆਪਣਾ ਆਤਮਾ ਆਨੰਦ ਮਾਣੇਗੀ, ਸਭ ਦਾਤਾਂ ਹੋਣਗੀਆਂ, ਪਰ ਦੁਨੀਆ ਦੇ ਵਿੱਚ ਮਸਤ ਬਿਰਤੀ ਵਿੱਚ, ਕਿਉਂਕਿ ਦਾਤ ਵੱਡੀ ਸੀ, ਹਿਰਦਾ ਛੋਟਾ ਸੀ, ਸੰਭਾਲ ਨਹੀਂ ਸਕੀ, ਇਸ ਲਈ ਇਹਨੂੰ ਇੱਕ ਪਰਦਾ ਦਿੱਤਾ ਇਹ ਬਚਨ ਕਰਕੇ। ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਪਾਸੇ ਤਿੰਨਾਂ ਲੋਕਾਂ ਦੀ ਸੋਝੀ ਬਖਸ਼, ਦੂਜੇ ਪਾਸੇ ਨੂੰ ਪਾਗਲ ਕਰ ਦੇਣ, ਇਹ ਗੱਲ ਨਹੀਂ ਹੈ। ਆਮ ਗਿਆਨੀ ਲੋਕ ਇਉਂ ਕਹਿਣਗੇ, ਪਰ ਨਹੀਂ,
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਉਂ ਬਖਸ਼ਿਸ਼ ਕੀਤੀ ਹੈ। ਅਸ ਕਹਿ ਕਰ ਗਮਨੇ ਉਦਿਆਨਾ। ਇਉਂ ਬਚਨ ਕੀਤਾ ਤੇ ਗੁਰੂ ਪਾਤਸ਼ਾਹ ਜੀ ਭੋਜਨ ਛਕਿਆ, ਉਜਾੜ ਨੂੰ ਇਕਾਂਤ ਵਾਸ ਨਿਕਲ ਗਏ ਹਨ। ਵੈਸੇ ਜਾਏ ਇਕੰਤ ਸਥਾਨਾ। ਇਕਾਂਤ ਜਗ੍ਹਾ ਦੇਖ ਕੇ ਮੇਰੇ ਹਜੂਰ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਆਪਣੇ ਨਿਜਾ ਆਨੰਦ ਵਿੱਚ ਜੁੜ ਗਏ ਨੇ। ਇਹ ਮੇਰੇ ਗੁਰੂ ਨਾਨਕ ਦੀ ਤਪੱਸਿਆ ਹੈ। ਹੁਣ ਇਹ ਨਹੀਂ ਹੈ ਕਿ ਉੱਥੇ ਕੋਈ ਆਸਣ ਵਿਛਾਏ ਨੇ, ਸਿੰਘਾਸਣ ਸਜਾਏ ਹੋਏ ਨੇ। ਜਿੱਥੇ ਮੌਜ ਆਈ ਜੰਗਲ ਉਜਾੜ ਵਿੱਚ, ਉੱਥੇ ਧਰਤੀ ਤੇ ਚੌਂਕੜਾ ਲਾ ਕੇ ਸਿਮਰਨ ਵਿੱਚ ਜੁੜ ਗਏ। ਇਹਨੂੰ ਮਹਾਂਪੁਰਖ ਕਹਿੰਦੇ ਆਤਮ ਚਿੰਤਨ ਮੰਗਲ। ਇਹਨੂੰ ਬਾਣੀ ਵਿੱਚ ਕਿਹਾ ਆਪੇ ਜਪੋ ਆਪਣਾ ਜਾਪ। ਜੇ ਕਿਸੇ ਮਨ 'ਚ ਇਹ ਗੱਲ ਆਵੇ ਭਈ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਜਾਪ, ਗੁਰੂ ਨਾਨਕ ਸਾਹਿਬ ਕਿਹਦਾ ਪਰਮੇਸ਼ਰ ਸੀਗੇ, ਕਿਹਦਾ ਜਾਪ ਕਰਦੇ ਸੀ? ਗੁਰੂ ਨਾਨਕ ਸਾਨੂੰ ਯੁਕਤ ਦੱਸਦੇ ਆਪਣਾ ਆਪ ਹੀ ਜਾਪ ਕਰਦੇ ਸੀ। ਆਪਣੇ ਨਿਜ ਨਿਰਗੁਣ ਬ੍ਰਹਮ ਸਰੂਪ ਦਾ ਆਪ ਧਿਆਨ ਧਾਰਦੇ ਸਨ। ਸੋ ਦਾਸੀ ਬਚ ਕਹਿਨੇ ਕਰਕੇ। ਤੋ ਜਿਸ ਵੇਲੇ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ, ਉਹ ਤੁਲਸਾ ਦਾਸੀ ਜੋ ਸੀ ਵੀ ਕਮਲੀ ਸੁਧ ਗਈ ਵਿਸਾਰ ਕੇ। ਤਾਂ ਕਹਿੰਦੇ ਸੰਸਾਰਾ ਕਰ ਉਹਦੀ ਖਬਰ ਜਿਹੜੀ ਸੁਧ ਸੀ ਨਾ, ਉਹ ਸਾਰੀ ਵਿਸਰ ਗਈ, ਭੁੱਲ ਗਈ ਹੈ। ਜੀਵਤ ਰਹੀ ਜਗਤ ਮਹਿ ਜਾਵਦ। ਜਦੋਂ ਤੱਕ ਦੁਨੀਆ ਵਿੱਚ ਉਹ ਜਿਉਂਦੀ ਰਹੀ, ਮਹਾਰਾਜ ਨੇ ਪਰਾਰਬਧ ਬਖਸ਼ੀ ਸੀ। ਨਹਿ ਆਈ ਸੁਧ ਤਿਹ ਕੋ ਤਾਵਦ। ਤਦੋਂ ਤੱਕ ਉਸ ਨੂੰ ਦੁਨੀਆ ਦੀ ਕੋਈ ਸੋਝੀ ਨਹੀਂ ਹੈ ਵੀ ਕੀ ਦੁਨੀਆ ਦਾ ਵਿਹਾਰ, ਕੀ ਕਾਰ, ਕੀ ਮਾਇਆ ਤੇ ਕੀ ਧੰਦੇ। ਇਧਰੋਂ ਸੁਰਤ ਉੱਚੀ ਹੋਈ ਹੋਈ ਸੀ। ਜਬ ਹੀ ਤਿਆਗਿਓ ਭੂਤਕ ਦੇਹਾ। ਜਦੋਂ 5 ਭੂਤਕ ਸਰੀਰ ਦਾ ਉਸਨੇ ਤਿਆਗ ਕੀਤਾ, ਭਈ ਮੁਕਤ ਗਵਨੀ ਹਰ ਗ੍ਰੇਹਾ। ਤਾਂ ਕਹਿੰਦੇ ਉਹ ਮੁਕਤ ਹੋ ਗਈ, ਹਰੀ ਪਰਮੇਸ਼ਵਰ ਦੇ ਘਰ ਸੱਚਖੰਡ ਪੁੱਜੀ ਹੈ। ਤੇ ਜੇ ਪਾਗਲ ਕੀਤੀ ਹੁੰਦੀ ਤੇ ਉਹਦੀ ਮੁਕਤੀ ਕਿੱਦਾਂ ਹੋਣੀ ਸੀ? ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜੋ ਦਾਤ ਗਿਆਨ ਦੀ ਬਖਸ਼ਿਸ਼ ਕੀਤੀ ਹੈ, ਉਸ ਨੂੰ ਕਾਇਮ ਰੱਖਿਆ ਤੇ ਅੰਤ ਨੂੰ ਸੋ ਮੁਕਤ ਪਦਵੀ ਨੂੰ ਪ੍ਰਾਪਤ ਹੋਈ ਹੈ ਜੀ। ਦੋਹਰਾ ਸ੍ਰੀ ਗੁਰ ਪਗ ਦੀਪਕ ਸਰਸ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਜਿਹੜੇ ਕਵੀ ਜੀ ਅਗਲਾ ਪ੍ਰਸੰਗ ਸ਼ੁਰੂ ਕਰਦੇ ਨੇ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲਾਚਾਰ ਕਰਦੇ ਨੇ, ਮਹਿਮਾ ਕਰਦੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀਆਂ ਕਰਦੇ ਨੇ। ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨ ਜਿਹੜੇ ਨੇ ਦੀਪਕ ਸਰਸ, ਕਹਿੰਦੇ ਦੀਵੇ ਦੇ ਸਮਾਨ ਨੇ ਜੋ ਚਾਨਣ ਪ੍ਰਕਾਸ਼ ਕਰਨ ਵਾਲਾ ਹੈ। ਧਾਰ ਕਰ ਹਿਰਦੇ ਨਕੇਤ। ਤੇ ਉਸ ਨੂੰ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰਕੇ, ਹਿਰਦੇ ਰੂਪ ਘਰ ਵਿੱਚ ਗੁਰੂ ਸਾਹਿਬ ਦੇ ਚਰਨ ਜਿਹੜੇ ਨੇ ਉਹਨਾਂ ਦਾ ਦੀਵਾ ਧਾਰ ਕੇ ਜੁਗਤ ਖੋਜ ਉਚਰੋਂ ਕਥਾ। ਤੇ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਜਿਹੜੀ ਹੈ ਉਹ ਮੈਂ ਇਸ ਪ੍ਰਕਾਰ ਖੋਜ ਕਰਕੇ ਤੇ ਜੁਗਤੀਆਂ ਸਮੇਤ ਭਾਵ ਦੱਸ ਰਹੇ ਨੇ ਕਿ ਜਿਹੋ ਜੇ ਉਸ ਵੇਲੇ ਸਾਧਨ ਸਨ ਉਹਨਾਂ ਦੇ ਮੁਤਾਬਕ ਖੋਜ ਕੀਤੀ। ਜਿੰਨਾ ਗੁਰੂ ਸਾਹਿਬ ਦਾ ਇਤਿਹਾਸ ਮਿਲਿਆ ਉਸ ਨੂੰ ਫਿਰ ਸੋਧ ਕਰਕੇ ਤੇ ਜੁਗਤੀਆਂ ਦੇ ਸਮੇਤ ਕਹਿੰਦੇ ਨੇ ਇਸ ਪ੍ਰਕਾਰ ਖੋਜ ਪੜਤਾਲ ਕਰਕੇ ਮੈਂ ਸੁਧ ਕਰਕੇ ਤੇ ਇਸ ਪ੍ਰਕਾਰ ਕਥਾ ਗੁਰੂ ਨਾਨਕ ਸਾਹਿਬ ਦੀ ਕਹਿੰਦਾ ਹਾਂ। ਸ੍ਰੀ ਬੇਦੀ ਕੁਲ ਕੇਤ। ਸ਼੍ਰੋਮਣੀ ਬੇਦੀ ਕੁਲ ਦੇ ਇਸ ਪ੍ਰਕਾਰ ਸੋ ਕੇਤ ਨਿਸ਼ਾਨ ਰੂਪ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਦੀ ਕਥਾ ਮੈਂ ਕਹਿੰਦਾ ਹਾਂ ਜੀ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰਦੇ ਹਨ। ਚੌਪਈ ਕੁਸ਼ਕ ਇਹ ਸਨ ਮਨ ਸੁਖ ਬਿਰਤਾਂਤੇ। ਕਹਿੰਦੇ ਨੇ ਕਵੀ ਜੀ ਕੁਸ਼ਕ ਮਨਸੁਖ ਦਾ ਪ੍ਰਸੰਗ ਜਿਹੜਾ ਹੈ ਸੋ ਸੁਨੀਏ ਸ੍ਰੀ ਗੁਰ ਜਸਵੰਤੇ। ਧੰਨ ਮੇਰੇ ਸਤਿਗੁਰੂ ਜਸ ਵਾਲਿਆਂ ਦਾ ਸੋਹਣਾ ਪ੍ਰਸੰਗ ਸਰਵਣ ਕਰੋ। ਗਇਓ ਸੰਗਲਾ ਦੀਪ ਸੋ ਜਹਵਾ। ਤੋ ਬਾਲਾ ਜੀ ਕਹਿ ਰਹੇ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਸੋ ਸੁਣੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੋ ਇਹ ਮਨਸੁਖ ਹੈ, ਸੰਗਲਾ ਦੀਪ ਦਾ ਪ੍ਰਸੰਗ ਅਜੇ ਹੋਰ ਹੈ, ਉਹ ਪ੍ਰੇਮ ਨਾਲ ਸਰਵਣ ਕਰੋ ਜੀ, ਬੜਾ ਸੁਖ ਦੇਣ ਵਾਲਾ ਹੈ। ਨਗਰ ਸ਼੍ਰੋਮਣ ਥੋ ਇੱਕ ਤਹਿਵਾ। ਉਹ ਇੱਕ ਸ਼੍ਰੋਮਣੀ ਨਗਰ ਸੀ ਸੰਗਲਾ ਦੀਪ ਦੇ ਵਿੱਚ, ਉੱਥੇ ਧਨੀ ਲੋਕ ਜਹ ਬਸਤ ਅਪਾਰਾ। ਜਿੱਥੇ ਬਹੁਤ ਸ਼ਾਹੂਕਾਰ ਅਮੀਰ ਲੋਕ ਵਸਦੇ ਸਨ। ਬਹੁਤ ਸੁੰਦਰ ਜਹ ਰਚੇ ਬਾਜ਼ਾਰਾ। ਬੜੇ ਸੋਹਣੇ ਸੋਹਣੇ ਬਾਜ਼ਾਰ ਉੱਥੇ ਰਚੇ ਹੋਏ ਬਣਾਏ ਹੋਏ ਸਨ। ਮਨ ਸੁਖ ਲੈ ਬਨਜ ਨਿਜ ਸਗਰਾ। ਤੇ ਮਨ ਸੁਖ ਬਨਜ ਆਪਣਾ ਜਿੰਨਾ ਸੌਦਾ ਵਪਾਰ ਦਾ ਲੈ ਕੇ ਗਿਆ ਸੀ ਉੱਥੇ ਪਹੁੰਚਾ। ਪ੍ਰਾਪਤ ਭਇਓ ਜਾਏ ਤਿਹ ਨਗਰਾ। ਉਸ ਨਗਰ ਵਿੱਚ ਜਾ ਕਰਕੇ ਪਹੁੰਚ ਗਿਆ ਹੈ। ਉਤੋ ਜਹਾਂ ਸ਼ਿਵਨਾਭ ਭਵਾਲਾ। ਜਿੱਥੇ ਸ਼ਿਵਨਾਭ ਰਾਜਾ ਸੀ ਰਹਿੰਦਾ ਉੱਥੇ। ਕਰਮ ਧਰਮ ਮਹਿ ਚਲਤ ਵਿਸਾਲਾ। ਜੋ ਆਪਣੇ ਧਰਮ ਦੇ ਧਾਰਮਿਕ ਕਰਮਾਂ ਵਿੱਚ ਚੱਲਦਾ ਸੀ। ਸਾਲ ਗ੍ਰਾਮ ਉਪਾਸਨ ਰਾਖੈ। ਤਾਂ ਇਹ ਹਿੰਦੂ ਸੀ। ਸਾਲਗ੍ਰਾਮ ਜੋ ਠਾਕੁਰ ਹੈ ਪੱਥਰ ਦੀ ਮੂਰਤੀ, ਉਹਦੀ ਪੂਜਾ ਕਰਦਾ ਸੀ। ਬ੍ਰਤ ਇਕਾਦਸੀ ਕਰ ਅਬਲਾਖੈ। ਤੇ ਇੱਛਾ ਕਰਕੇ ਇਕਾਦਸ਼ੀ ਦੇ ਵਰਤ ਰੱਖਦਾ ਸੀ ਧਰਮ ਅਨੁਸਾਰ। ਸਰਬ ਨਗਰ ਨਰ ਰਹਿਤ ਅਸਨਾ। ਤੋ ਇਸ ਪ੍ਰਕਾਰ
ਤੇ ਇਕਾਦਸ਼ੀ ਦਾ ਵਰਤ ਰੱਖਣਾ, ਤੇ ਜਿਹਦਾ ਸਾਰਾ ਹੀ ਨਗਰ ਸੀ ਇਹਦੇ ਰਾਜ ਵਿੱਚ ਹੁਕਮ ਸੀ ਇਹਦਾ ਭਈ ਇਕਾਦਸ਼ੀ ਨੂੰ ਵਰਤ ਰੱਖਣਾ, ਅਨਸਨਾ, ਕੋਈ ਭੋਜਨ ਨਹੀਂ ਛਕੇਗਾ। ਤਿਹ ਦਿਨ ਕੋਇ ਨ ਕਰਹੀ ਅਸਨਾ, ਉਸ ਦਿਨ ਕੋਈ ਵੀ ਭੋਜਨ ਨਹੀਂ ਛਕੇਗਾ, ਇਹ ਇਸ ਨੇ ਹੁਕਮ ਕੀਤਾ ਹੋਇਆ ਸੀ। ਭਾਨ ਉਦੇ ਤੇ ਕਰਹਿ ਇਸ਼ਨਾਨਾ, ਤੋ ਕਹਿੰਦੇ ਜਿਸ ਵੇਲੇ ਸੂਰਜ ਚੜ੍ਹਦਾ ਤੇ ਇਹ ਸੂਰਜ ਦੀ ਪੂਜਾ ਕਰਦੇ ਨੇ, ਤੋ ਜਦੋਂ ਸੂਰਜ ਚੜ੍ਹੇ ਤੇ ਉਸ ਵੇਲੇ ਜਾ ਕੇ ਇਸ਼ਨਾਨ ਕਰਨਾ। ਤਿਲਕ ਲਗਾਵਹਿ ਤਨ ਬਿਦ ਨਾਨਾ, ਅਨੇਕ ਪ੍ਰਕਾਰ ਦੇ ਸਰੀਰ ਤੇ ਇਸ਼ਨਾਨ ਕਰਕੇ ਤਿਲਕ ਲਾਉਣੇ, 12 ਤਿਲਕਾਂ ਦੀ ਮਰਜ਼ਾਦਾ ਹੈ ਇਹਨਾਂ ਦੀ। ਆਸ ਪ੍ਰਕਾਰ ਕੀ ਰੀਤ ਨਰੇਸ਼ਾ, ਇਹੋ ਜਿਹੀ ਇਹ ਮਰਜ਼ਾਦਾ ਸੀ ਇਸ ਰਾਜੇ ਦੀ। ਆਪ ਕਰਹਿ ਕੀਏ ਦੇਸ ਨਦੇਸਾ, ਆਪ ਵੀ ਕਰਦਾ ਸੀ ਤੇ ਆਪਣੇ ਦੇਸ਼ ਇਲਾਕੇ ਵਿੱਚ ਇਸ ਨੇ ਹੁਕਮ ਜਾਰੀ ਕੀਤਾ ਹੋਇਆ ਸੀ। ਤਿਹ ਪੁਰ ਪਰਵੇਸਿਓ ਮਨ ਸੁਖ ਜਾਈ, ਮਨ ਸੁਖ ਗੁਰੂ ਦਾ ਸਿੱਖ ਉਸ ਨਗਰੀ ਵਿੱਚ ਜਾ ਕੇ ਪ੍ਰਵੇਸ਼ ਕੀਤਾ ਹੈ। ਸਰਬ ਬਨਜ ਕੀ ਸੌਜ ਲਵਾਈ, ਜਿੰਨੀ ਵਪਾਰ ਦੀ ਸਮੱਗਰੀ ਸੀ ਜਾ ਕੇ ਉੱਥੇ ਲਾ ਲਈ, ਇਸ ਨੇ ਟਿਕਾ ਲਈ ਹੈ। ਚਉਪਈ ਡੇਰਾ ਕੀਨ ਥਾਏ ਸੁਭ ਦੇਖੀ, ਸੋਹਣਾ ਜਗ੍ਹਾ ਦੇਖ ਕਰਕੇ ਉੱਥੇ ਆਪਣਾ ਡੇਰਾ ਕਰ ਲਿਆ ਇਸ ਨੇ। ਜਿਸ ਮੈਂ ਸਿੱਖੀ ਰੀਤ ਵਸੇਖੀ, ਜਿਸ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਵਿਸ਼ੇਸ਼ ਕਰਕੇ ਸਿੱਖੀ ਦੀ ਮਰਜ਼ਾਦਾ ਧਾਰਨ ਕੀਤੀ ਹੋਈ ਹੈ। ਸ੍ਰੀ ਨਾਨਕ ਜਿਉ ਆਇਸ ਪਰਾਹੀ, ਜਿਵੇਂ ਜਿਵੇਂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਆਗਿਆ ਕੀਤੀ, ਮਰਜ਼ਾਦਾ ਬਖਸ਼ੀ ਹੈ। ਨਿਤ ਪ੍ਰਤ ਕਰ ਹੈ ਤਿਉ ਨਿਰਬਾਹੀ, ਨਿਤ ਪ੍ਰਤੀ ਰੋਜ਼ਾਨਾ ਹੀ ਉਸੇ ਤਰ੍ਹਾਂ ਹੀ ਆਪਣੇ ਨਿਤਨੇਮ ਨੂੰ ਨਿਭਾਉਂਦਾ ਹੈ ਇਹ ਮਨ ਸੁਖ। ਸਵਾ ਜਾਮ ਨਿਸ ਕਰਹਿ ਇਸ਼ਨਾਨਾ, ਤੋ ਗੁਰੂ ਦਾ ਹੁਕਮ ਹੈ ਅੰਮ੍ਰਿਤ ਵੇਲੇ ਦਾ, ਸਵਾ ਪਹਿਰ ਰਾਤ ਜਦੋਂ ਰਹਿੰਦੀ ਉਦੋਂ ਉੱਠ ਕੇ ਇਸ਼ਨਾਨ ਕਰਦਾ ਹੈ। ਇਕ ਮਨ ਕਰਹਿ ਕੀਰਤਨ ਗਾਨਾ, ਫਿਰ ਇਕਾਗਰ ਮਨ ਹੋ ਕਰਕੇ ਕੀਰਤਨ ਕਰਦਾ ਗੁਰਬਾਣੀ ਦੇ ਸ਼ਬਦਾਂ ਦਾ। ਗੁਰ ਕੇ ਸ਼ਬਦ ਅਦਕ ਲਿਖ ਲੀਨੇ, ਗੁਰੂ ਸਾਹਿਬ ਦੇ ਬਹੁਤ ਸਾਰੇ ਸ਼ਬਦ ਇਸ ਨੇ ਲਿਖ ਲਏ ਹੋਏ ਸੀ। ਪੜ੍ਹੇ ਪ੍ਰੇਮ ਕਰ ਚਿਤ ਹਿਤ ਦੀਨੇ, ਚਿੱਤ ਦਾ ਪ੍ਰੇਮ ਦੇ ਕਰਕੇ ਫਿਰ ਉਹਨਾਂ ਨੂੰ ਪੜ੍ਹਿਆ ਕਰਦਾ, ਨਿਤਨੇਮ ਕਰਦਾ। ਹੋਰ ਭਈ ਪੰਚਾ ਮ੍ਰਿਤ ਕਰਕੇ, ਜਦੋਂ ਸੋ ਸਵੇਰ ਹੁੰਦੀ ਫਿਰ ਇਹ ਕੜਾਹ ਪ੍ਰਸ਼ਾਦ ਬਣਾਉਂਦਾ, ਪੰਚਾਮ੍ਰਿਤ, 5 ਅੰਮ੍ਰਿਤ ਪੈਂਦੇ ਨੇ, 5 ਚੀਜ਼ਾਂ ਨਾਲ ਬਣਦਾ ਹੈ। ਕਰ ਅਰਦਾਸ ਭਾਉ ਉਰ ਧਰ ਕੇ, ਫਿਰ ਬੜਾ ਪ੍ਰੇਮ ਧਾਰ ਕੇ ਅਰਦਾਸ ਬੇਨਤੀ ਕਰਦਾ ਹੈ। ਨਿਕਟ ਨਰਨ ਸਭ ਹੀ ਕੋ ਦੈ ਕੈ, ਤੇ ਜਿੰਨੇ ਲੋਕ ਨੇੜੇ ਸਨ ਇਸ ਦੇ ਨਾਲ ਨੌਕਰ ਚਾਕਰ ਸਭਨਾਂ ਨੂੰ ਪ੍ਰਸ਼ਾਦ ਅਰਦਾਸ ਕਰਕੇ ਵੰਡਦਾ ਸੀ। ਬਹੁਰੋ ਆਪ ਅਚਹਿ ਕਰ ਲੈ ਕੇ, ਫਿਰ ਆਪਣੇ ਹੱਥਾਂ ਤੇ ਲੈ ਕਰਕੇ ਆਪ ਵੀ ਪ੍ਰਸ਼ਾਦ ਛਕਦਾ ਸੀ। ਅਸ ਪ੍ਰਕਾਰ ਨਿਤ ਨੇਮ ਨਿਭਾਹੇ, ਇਸ ਤਰੀਕੇ ਦੇ ਨਾਲ ਇਹ ਮਨ ਸੁਖ ਜਿਹੜਾ ਆਪਣਾ ਨਿਤਨੇਮ ਨਿਭਾਉਂਦਾ ਹੈ। ਬਨਜ ਕਰੇ ਪੁਨ ਪਾਵਤ ਲਾਹੈ, ਇਸ ਪ੍ਰਕਾਰ ਫਿਰ ਆਪਣਾ ਵਪਾਰ ਕਰਦਾ, ਜੋ ਸੌਦਾ ਲੈ ਕੇ ਗਿਆ ਉਹਨੂੰ ਵੇਚਦਾ ਤੇ ਲਾਭ ਪ੍ਰਾਪਤ ਕਰਦਾ ਉਸ ਮੁਲਕ ਵਿੱਚ ਜਾ ਕੇ। ਸੰਧਿਆ ਹੋਏ ਤਬਹਿ ਗੁਰਬਾਨੀ, ਜਦੋਂ ਸ਼ਾਮ ਦਾ ਵਕਤ ਹੁੰਦਾ ਫਿਰ ਨਿਤਨੇਮ ਗੁਰੂ ਦੀ ਬਾਣੀ ਦਾ ਕਰਦਾ। ਪੜ੍ਹੇ ਪ੍ਰੀਤ ਕਰਕੇ ਸੁਖ ਸਾਨੀ, ਬੜੇ ਸੁਖ ਦੇ ਸਹਿਤ ਪ੍ਰੇਮ ਦੇ ਨਾਲ ਮਹਾਰਾਜ ਦੀ ਬਾਣੀ ਦਾ ਨਿਤਨੇਮ ਕਰਿਆ ਕਰਦਾ। ਸ੍ਰੀ ਨਾਨਕ ਕੀ ਮੂਰਤ ਧਿਆਨਾ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਰੂਪ ਦਾ ਧਿਆਨ ਕਰਦਾ, ਗੁਰ ਕੀ ਮੂਰਤ ਮਨ ਮੈਂ ਧਿਆਨ ਨਿਜਮ ਕਰਦਾ ਹੈ। ਦੋਨੋਂ ਕਾਲ ਧਰਿਹੇ ਦੁਖ ਹਾਨਾ, ਤੇ ਦੋਨੋਂ ਸਮੇਂ ਇਉਂ ਦੁੱਖਾਂ ਨੂੰ ਦੂਰ ਕਰਨ ਲਈ ਨਿਤਨੇਮ ਕਰਦਾ ਹੈ ਜੀ। ਇਸ ਕੀ ਰੀਤ ਦੇਖ ਨਰਪੁਰ ਕੇ, ਇਸ ਦੀ ਐਸੀ ਗੁਰਸਿੱਖੀ ਦੀ ਮਰਜ਼ਾਦਾ ਨੂੰ ਵੇਖ ਕਰਕੇ ਇਸ ਪੁਰੀ ਦੇ ਜਿਹੜੇ ਲੋਕ ਸਨ, ਤਰਕਤ ਮੂਡ ਅਸੂਆ ਕਰਕੇ, ਇਹ ਈਰਖਾ ਕਰਦੇ ਤੇ ਇਸ ਗੁਰਸਿੱਖ ਨੂੰ ਮਖੌਲਾਂ ਕਰਿਆ ਕਰਦੇ ਵੀ ਇਹ ਕੀ ਨਵਾਂ ਕੰਮ ਕਰਦਾ ਹੈ। ਇਸ ਤਰੀਕੇ ਦੇ ਨਾਲ ਸੋ ਮਨਸੁਖ ਸ਼ਾਹੂਕਾਰ ਜਿਹੜਾ ਹੈ ਇਹ ਸੰਗਲਾਦੀਪ ਵਿੱਚ ਸ਼ਿਵਨਾਵ ਰਾਜੇ ਦੇ ਕੋਲ ਪਹੁੰਚ ਗਿਆ ਹੈ। ਉੱਥੇ ਇਸ ਪ੍ਰਕਾਰ ਆਪਣੀ ਸਿੱਖੀ ਦੀ ਮਰਜ਼ਾਦਾ ਨਿਭਾਉਂਦਾ ਤੇ ਨਾਲੇ ਆਪਣਾ ਵਪਾਰ ਕਰਦਾ ਹੈ। ਤੋ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਬਰਕਤਾਂ ਜਿਹੜੀਆਂ ਵਰਤਦੀਆਂ ਹਨ, ਉਹਨਾਂ ਨੂੰ ਪ੍ਰਸੰਗ ਨੂੰ ਲੜੀ ਨੂੰ ਆਪਾਂ ਸਮੇਂ ਅਨੁਸਾਰ ਸਰਵਣ ਕਰਾਂਗੇ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਸਾਡੇ ਮਨ ਵਿੱਚ ਵੀ ਜੇ ਇੱਕ ਮਨਸੁਖ ਇੱਕ ਸ਼ਾਹੂਕਾਰ ਹੈ, ਬਾਣੀਆਂ ਪੁੱਤ ਹੈ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਸਾਧਕ ਗੁਰਸਿੱਖ ਬਣਿਆ ਹੈ, ਗਿਆਨਵਾਨ ਹੈ। ਰਾਏ ਬੁਲਾਰ ਨੂੰ ਮਹਾਰਾਜ ਨੇ ਗਿਆਨਵਾਨ ਬਣਾਇਆ ਹੈ। ਤੁਲਸੀ ਦਾਸਾਂ ਦੇ ਉੱਤੇ ਮਿਹਰਾਂ ਕੀਤੀਆਂ ਨੇ। ਸਾਹਿਬ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਨ। ਸਾਡੇ ਤੇ ਵੀ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਵੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਹਿ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਸ੍ਰੀ ਨਾਨਕ ਕੀ ਮੂਰਤ ਧਿਆਨਾ, ਦੋਨੋਂ ਕਾਲ ਧਰਿਹੇ ਦੁਖ ਹਾਨਾ।
ਇਸ ਕੀ ਰੀਤ ਦੇਖ ਨਰਪੁਰ ਕੇ, ਤਰਕਤ ਮੂਡ ਅਸੁਆ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।